ਨਮਸਕਾਰ ਦੋਸਤੋ, ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇੰਡਕਸ਼ਨ ਮੋਟਰ ਦੇ ਇੰਪੋਰਟੈਂਟ ਕੁਐਸਚਨਸ ਕਰਨ ਜਾ ਰਹੇ ਹਾਂਗੇ। ਇਸ ਵੀਡੀਓ ਦੇ ਵਿੱਚ ਅਸੀਂ 25 ਤੋਂ ਲੈ ਕੇ 30 ਆਬਜੈਕਟਿਵ ਟਾਈਪ ਕੁਐਸਚਨਸ ਲਏ ਨੇਗੇ। ਇਹ ਨਾ ਸਿਰਫ ਤੁਹਾਡੇ ਜਿਹੜੇ ਕਨਸੈਪਟਸ ਆ ਉਹਨਾਂ ਨੂੰ ਪੋਲਿਸ਼ ਕਰਨਗੇ, ਬਲਕਿ ਤੁਹਾਨੂੰ ਇਹ ਨੌਲੇਜ ਵੀ ਦੇਣਗੇ ਕਿ ਜਿਹੜੇ ਤੁਹਾਡੇ ਨੂਮੈਰੀਕਲਸ ਆਉਂਦੇ ਹੈਗੇ ਇੰਡਕਸ਼ਨ ਮੋਟਰ ਦੇ, ਉਹਨਾਂ ਦੀ ਕੀ ਟਾਈਪ ਕੀ ਹੁੰਦੀ ਹੈਗੀ। ਤਾਂ ਬੇਸ਼ੱਕ ਪੇਪਰ ਦੇ ਵਿੱਚ ਸਟੇਟਮੈਂਟ ਦੇ ਵਿੱਚ ਰਕਮਾਂ ਚੇਂਜ ਹੋ ਸਕਦੀਆਂ ਨੇਗੀਆਂ, ਬਟ ਤੁਹਾਡੇ ਜਿਹੜੇ ਕੰਸੈਪਟ ਹੋਣਗੇ ਨੂਮੈਰੀਕਲਾਂ ਦੇ, ਜੇ ਤੁਸੀਂ ਇਹਨਾਂ ਕੁਐਸਚਨਸ ਨੂੰ ਕਰ ਲਓਗੇ ਤਾਂ ਉਹ ਇਹੀ ਹੋਣਗੇ। ਬੇਸ਼ੱਕ ਇਸ ਵੀਡੀਓ ਦੇ ਵਿੱਚ ਅਸੀਂ 25 ਤੋਂ ਲੈ ਕੇ 30 ਕੁਐਸਚਨਸ ਲਏ ਨੇਗੇ, ਬਟ ਘੱਟੋ ਘੱਟ ਇਹਦੇ ਵਿੱਚ 50 ਤੋਂ ਲੈ ਕੇ 60 ਆਬਜੈਕਟਿਵ ਟਾਈਪ ਕੁਐਸਚਨ ਕਰਨ ਜਾ ਰਹੇ ਹਾਂਗੇ ਅਸੀਂ। ਤਾਂ ਇਸ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਤੁਹਾਨੂੰ ਇਸ ਵੀਡੀਓ ਨੂੰ, ਇਕੱਲੀ ਵੀਡੀਓ ਨੂੰ ਦੇਖ ਕੇ ਇੰਡਕਸ਼ਨ ਮੋਟਰ ਦੇ ਵਿੱਚ ਪੱਕੀ ਗੱਲ ਆ ਗਈ ਵੀ ਇੱਕ ਜਿਹੜੀ ਅੰਦਰ ਤੁਹਾਡੇ ਕੌਨਫੀਡੈਂਸ ਆ ਉਹ ਜ਼ਰੂਰ ਬਣੇਗਾ ਇੰਡਕਸ਼ਨ ਮੋਟਰ ਨੂੰ ਲੈ ਕੇ। ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਜੀ, ਦਾ ਮਟੀਰੀਅਲ ਪੁੱਛ ਰਿਹਾ ਹੈਗਾ ਵੀ ਸਲਿੱਪ ਰਿੰਗ ਦਾ ਮਟੀਰੀਅਲ ਕੀ ਹੁੰਦਾ। ਦੋ ਤਰ੍ਹਾਂ ਦੀਆਂ ਮੋਟਰਾਂ ਹੁੰਦੀਆਂ, ਸਕਰਲ ਕੇਜ ਤੇ ਇੰਡਕਸ਼ਨ, ਜਿਹੜੀ ਆਪਣੀ ਸਲਿੱਪ ਰਿੰਗ ਦੇ ਵਿੱਚ ਜਿਹੜਾ ਸਾਡੀ ਜਿਹੜੀ ਵਾਈਂਡਿੰਗ ਹੁੰਦੀ ਆ, ਇਸ ਵਾਈਂਡਿੰਗ ਰੋਟਰ ਦੀ ਜਿਹੜੀ ਵਾਈਂਡਿੰਗ ਹੁੰਦੀ ਹੈਗੀ, ਉਹਦੇ ਕਨੈਕਸ਼ਨ ਕੱਢੇ ਹੁੰਦੇ ਆ ਅਸੀਂ ਸਲਿੱਪ ਰਿੰਗਸ ਦੇ ਉੱਪਰ। ਸਲਿੱਪ ਰਿੰਗਸ ਕੀ ਹੁੰਦੀਆਂ ਨੇ, ਇੱਕ ਕੜੇ ਜੇ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਤਾਰਾਂ ਹੁੰਦੀਆਂ ਨੇਗੀਆਂ ਵਾਈਂਡਿੰਗ ਦੇ, ਉਹ ਆ ਕੇ ਲੱਗੀਆਂ ਹੁੰਦੀਆਂ ਨੇਗੀਆਂ। ਉਸ ਤੋਂ ਬਾਅਦ ਸਲਿੱਪ ਰਿੰਗ ਦੇ ਉੱਪਰ ਬਰਸ਼ਿਜ ਲਗਾ ਕੇ ਅਸੀਂ ਉਹਨਾਂ ਨੂੰ ਬਾਹਰਲੇ ਪਾਸੇ ਅਸੀਂ ਕਲੈਕਟ ਕਰ ਲੈਂਦੇ ਹਾਂ ਕਰੰਟ ਨੂੰ, ਜਾਂ ਅਸੀਂ ਕਹਿੰਦੇ ਵੀ ਉਹ ਕਾਹਦੇ ਵਾਸਤੇ ਲਗਾਏ ਹੁੰਦੇ, ਬਾਹਰਲੇ ਪਾਸੇ ਅਸੀਂ ਰਜਿਸਟੈਂਸ ਲਗਾ ਕੇ ਇਸ ਰੋਟਰ ਦੀ ਵਾਈਂਡਿੰਗ ਦੀ ਰਜਿਸਟੈਂਸ ਸੀਰੀ ਦੇ ਵਿੱਚ ਕੋਈ ਨਾ ਕੋਈ ਐਕਸਟਰਾ ਰਜਿਸਟੈਂਸ ਲਗਾ ਕੇ, ਐਕਸਟਰਨਲ ਰਜਿਸਟੈਂਸ ਨੂੰ ਐਡ ਕਰਕੇ ਅਸੀਂ ਕੀ ਕਰਦੇ ਆਂਗੇ, ਇਹਦੀ ਰਜਿਸਟੈਂਸ ਨੂੰ ਵਧਾ ਦਿੰਦੇ ਆਂਗੇ। ਰਜਿਸਟੈਂਸ ਕਿਉਂ ਵਧਾਉਣੀ ਹੁੰਦੀ ਹੈ ਰੋਟਰ ਦੀ, ਤਾਂ ਕਿ ਅਸੀਂ ਕੀ ਕਰ ਸਕੀਏ, ਅਸੀਂ ਟਾਰਕ ਨੂੰ ਇੰਪਰੂਵ ਕਰ ਸਕੀਏ। ਕਿਉਂਕਿ ਇੰਡਕਸ਼ਨ ਮੋਟਰ ਦੇ ਵਿੱਚ ਜਿਹੜੀ ਟਾਰਕ ਹੁੰਦੀ ਹੈ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਰੋਟਰ ਦੀ ਰਜਿਸਟੈਂਸ ਦੇ ਹੁੰਦੀ ਹੈ। ਤਾਂ ਜਿਹੜੀ ਇਹਦੀ ਮਟੀਰੀਅਲ ਹੁੰਦਾ ਸਲਿੱਪ ਰਿੰਗ ਦਾ ਜਿਹੜਾ ਮਟੀਰੀਅਲ ਹੁੰਦਾ ਉਹ ਫਾਸਫੋਰਸ ਬ੍ਰੌਂਜ਼ ਹੁੰਦਾ ਹੈਗਾ। ਦੂਜੇ ਨੇ ਪੁੱਛਿਆ ਹੈ, ਕਹਿੰਦਾ ਰੋਟਰ ਵਾਈਂਡਿੰਗ ਆਫ ਏ 3 ਫੇਸ ਸਲਿੱਪ ਰਿੰਗ ਇੰਡਕਸ਼ਨ ਮੋਟਰ ਹੈਵਿੰਗ ਡੈਲਟਾ ਕਨੈਕਟਡ ਸਟੇਟਰ। ਜਿਹੜਾ ਸਟੇਟਰ ਆ ਜਿਹੜਾ ਉਹ ਡੈਲਟਾ ਕਨੈਕਟਡ ਹੈਗਾ, ਰੋਟਰ ਕੀ ਹੋਏਗਾ ਬੱਚੇ, ਜਦੋਂ ਵੀ ਅਸੀਂ ਸਲਿੱਪ ਰਿੰਗ ਦੇ ਰੋਟਰ ਦੀ ਗੱਲ ਕਰਨੀ ਉਹ ਹਮੇਸ਼ਾ ਸਟਾਰ ਕਨੈਕਟਡ ਹੋਵੇਗਾ। ਉਹ ਸਟਾਰ ਕਨੈਕਟਡ ਕਿਉਂ ਹੋਏਗਾ, ਇੱਥੇ ਤੁਹਾਨੂੰ ਮੈਂ ਦੱਸ ਕੇ ਵੀ ਚੁੱਕਿਆ। ਦੇਖੋ ਵੀ ਰੋਟਰ ਦੀ ਜਿਹੜੀ ਅੰਦਰ ਵਾਈਂਡਿੰਗ ਪਈ ਆ, ਇਸ ਵਾਈਂਡਿੰਗ ਦੇ ਸੀਰੀ ਦੇ ਵਿੱਚ ਕੁਛ ਨਾ ਕੁਛ ਰੈਜ਼ਿਸਟੈਂਸ ਐਡ ਕਰਨੀ ਹੁੰਦੀ ਆ ਤਾਂ ਕਿ ਟਾਰਕ ਵੱਧ ਸਕੇ। ਤਾਂ ਉਹ ਐਡ ਤਾਂ ਹੋਏਗੀ ਜੇ ਸਾਡੇ ਕੋਲੇ ਜਿਹੜੀ ਵਾਈਂਡਿੰਗ ਬਾਹਰ ਪਈ ਹੈਗੀ, ਜੇ ਉਹ ਓਪਨ ਹੋਵੇਗੀ। ਜੇ ਵਾਈਂਡਿੰਗ ਸਾਡੀ ਜਿਹੜੀ ਅੰਦਰ ਵਾਈਂਡਿੰਗ ਪਈ ਹੈ ਇਹ ਓਪਨ ਹੋਵੇਗੀ, ਮਤਲਬ ਜੇ ਸਟਾਰ ਦੇ ਵਿੱਚ ਹੋਵੇਗੀ। ਜੇ ਮੰਨ ਲਓ ਤੁਹਾਡੇ ਰੋਟਰ ਦੇ ਅੰਦਰਲੇ ਪਾਸੇ ਇੱਕ ਡੈਲਟਾ ਕਨੈਕਟਡ ਵਾਈਂਡਿੰਗ ਪਈ ਹੈਗੀ, ਤਾਂ ਜਿਹੜੇ ਇਹਦੇ ਸਿਰੇ ਨੇਗੇ ਇਹ ਤਾਂ ਬੰਦ ਨੇਗੇ ਸਾਰੇ, ਤਾਂ ਇਹਨਾਂ ਨੂੰ ਤਾਂ ਬਾਹਰਲੇ ਪਾਸੇ ਆਪਾਂ ਸੀਰੀ ਦੇ ਵਿੱਚ ਰੈਜ਼ਿਸਟੈਂਸ ਲੱਗਣੀ ਨਹੀਂ ਹੈਗੀ ਆਪਾਂ ਤੋਂ। ਤਾਂ ਹਮੇਸ਼ਾ ਰੋਟਰ ਦੀ ਸਲਿੱਪ ਰਿੰਗ ਇੰਡਕਸ਼ਨ ਮੋਟਰ ਦਾ ਜਿਹੜਾ ਰੋਟਰ ਹੁੰਦਾ ਹਮੇਸ਼ਾ ਸਟਾਰ ਦੇ ਵਿੱਚ ਕਨੈਕਟ ਹੁੰਦਾ। ਯਾਦ ਰੱਖਣਾਗਾ ਜਿਹੜਾ ਇਹਦਾ ਸਟੇਟਰ ਹੁੰਦਾ ਉਹ ਹਮੇਸ਼ਾ ਡੈਲਟਾ ਦੇ ਵਿੱਚ ਕਨੈਕਟਡ ਹੁੰਦਾ ਗਾ, ਜਿਹੜਾ ਇਹਦਾ ਸਟੇਟਰ ਹੁੰਦਾ ਗਾ। ਉਹਦਾ ਕਾਰਨ ਇਹ ਹੈਗਾ ਵੀ ਡੈਲਟਾ ਦੇ ਵਿੱਚ ਜਿਹੜੀ ਪਾਵਰ ਹੁੰਦੀ ਆ ਉਹ 3 ਗੁਣਾ ਵੱਧ ਹੁੰਦੀ ਹੈਗੀ ਐਜ਼ ਕੰਪੇਅਰ ਟੂ ਸਟਾਰ। ਇਹ ਗੱਲ ਵੀ ਯਾਦ ਰੱਖਣੀ ਆ, ਸਟਾਰ ਨਾਲੋਂ 3 ਗੁਣਾ ਪਾਵਰ ਜ਼ਿਆਦਾ ਹੁੰਦੀ ਹੈਗੀ ਕਾਹਦੇ ਵਿੱਚ, ਡੈਲਟਾ ਦੇ ਵਿੱਚ। ਤਾਂ ਕਰਕੇ ਡੈਲਟਾ ਦੇ ਵਿੱਚ ਹਮੇਸ਼ਾ ਜੋੜਦੇ ਆ ਮੋਟਰ ਨੂੰ। ਸਟਾਰ ਦੇ ਵਿੱਚ ਬਹੁਤ ਥੋੜ੍ਹੇ ਸਮੇਂ ਲਈ, ਜਦੋਂ ਅਸੀਂ ਸਟਾਰਟਿੰਗ ਦੇ ਟਾਈਮ ਲਿਮਿਟ ਕਰਨਾ ਹੁੰਦਾ ਕਰੰਟ ਨੂੰ, ਸਿਰਫ ਓਨੇ ਕੁ ਥਾਂ ਵਾਸਤੇ ਅਸੀਂ ਸਟਾਰ ਦੇ ਵਿੱਚ ਜੋੜਦੇ ਹਾਂ ਕੁਛ ਟਾਈਮ ਵਾਸਤੇ, ਪਰ ਉਦੋਂ ਸਾਡੀ ਟਾਰਕ ਘੱਟ ਜਾਂਦੀ ਹੁੰਦੀ ਹੈ। ਇਹ ਗੱਲ ਦਾ ਵੀ ਧਿਆਨ ਰੱਖਣਾ ਗਾ। ਤਾਂ ਨੋਰਮਲੀ ਜਿਹੜਾ ਸਟੇਟਰ ਹੁੰਦਾ ਸਾਡਾ ਉਹ ਹਮੇਸ਼ਾ ਕਾਹਦੇ ਵਿੱਚ ਜੋੜਿਆ ਹੁੰਦਾ, ਡੈਲਟਾ ਦੇ ਵਿੱਚ, ਅਤੇ ਜਿਹੜਾ ਰੋਟਰ ਹੁੰਦਾ ਉਹ ਸਟਾਰ ਦੇ ਵਿੱਚ ਜੋੜਿਆ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜੀ, ਦਾ ਰੋਟਰ ਆਫ 3 ਫੇਸ ਇੰਡਕਸ਼ਨ ਮੋਟਰ ਰੋਟੇਟਸ ਇਨ ਦਾ ਸੇਮ ਡਾਇਰੈਕਸ਼ਨ ਐਜ਼ ਦੈਟ ਆਫ ਦਾ ਸਟੇਟਰ ਫੀਲਡ। ਇਹ ਕਹਿ ਰਿਹਾ, ਕਹਿੰਦਾ ਜਿੱਧਰਲੇ ਪਾਸੇ ਸਾਡਾ ਸਟੇਟਰ ਦਾ ਫੀਲਡ ਘੁੰਮਦਾ ਉੱਧਰਲੇ ਪਾਸੇ ਹੀ ਰੋਟਰ ਘੁੰਮਦਾ। ਇਹਨੂੰ ਕੌਣ ਡਿਫਾਈਨ ਕਰਦਾ, ਇਹਨੂੰ ਡਿਫਾਈਨ ਕਰਦਾ ਜੀ ਲੈਂਜ਼ ਲਾ। ਉਹ ਕਿਵੇਂ ਕਰਦਾ ਉਹ ਦੇਖੋ, ਤੁਹਾਨੂੰ ਮੈਂ ਸਮਝਾਉਣਾ ਗਾ ਜੀ। ਸਪੋਜ਼ ਕਰੋ ਤੁਹਾਡੇ ਕੋਲੇ ਇੱਥੇ ਇੱਕ ਆਹ ਹੈਗਾ ਗਾ ਸਟੇਟਰ ਦੇ ਵਿੱਚ ਤੁਸੀਂ 3 ਫੇਸ ਵਾਈਂਡਿੰਗ ਦਿੱਤੀ, 3 ਫੇਸ ਸਪਲਾਈ ਦੇਣ ਦੇ ਨਾਲ ਇੱਕ ਸਟੇਟਰ ਦੇ ਵਿੱਚ ਫਲਕਸ ਆ ਜਿਹੜਾ ਰੋਟੇਟ ਹੋਣ ਲੱਗ ਗਿਆ, ਸਪੋਜ਼ ਕਰੋ ਕਲੌਕਵਾਈਜ਼ ਹੋਣ ਲੱਗ ਗਿਆ। ਹੁਣ ਜਦੋਂ ਫਲਕਸ ਵਧੂਗਾ ਘਟੂਗਾ, ਤੁਹਾਡੇ ਰੋਟਰ ਦੇ ਵਿੱਚ ਜਿਹੜੇ ਕੰਡਕਟਰਸ ਪਏ ਇਹਨਾਂ ਨੂੰ ਵੱਧਦਾ ਘਟਦਾ ਫਲਕਸ ਮਿਲੇਗਾ, ਤਾਂ ਇਹਨਾਂ ਦੇ ਵਿੱਚ EMF ਇੰਡਿਊਸਡ ਹੋਊਗੀ, ਵੋਲਟੇਜ ਬਣ ਜੂਗੀ ਅਕੋਰਡਿੰਗ ਟੂ ਦਾ ਇਲੈਕਟ੍ਰੋਮੈਗਨੈਟਿਕ ਲਾ ਆਫ ਫੈਰਾਡੇ ਦਾ ਇਲੈਕਟ੍ਰੋਮੈਗਨੈਟਿਕ ਜਿਹੜਾ ਲਾ ਹੈਗਾ ਉਹਦੇ ਨਾਲ ਕੀ ਪੈਦਾ ਹੋਇਆ, ਸਿਰਫ ਵੋਲਟੇਜ। ਬਟ ਜਿਹੜੀ ਡਾਇਰੈਕਸ਼ਨ ਪੈਦਾ ਹੋਈ ਆ, ਹੁਣ ਜਿਹੜਾ ਕਰੰਟ ਹੈਗਾ ਉਹ ਕਿਸ ਸਾਈਡ ਪੈਦਾ ਹੋਊਗਾ, ਉਹ ਇਸ ਸਾਈਡ ਪੈਦਾ ਹੋਊਗਾ ਵੀ ਉਹ ਅਪੋਜ਼ ਕਰ ਸਕੇ ਕਿਹਨੂੰ, ਜਿਹਦੇ ਕਰਕੇ ਉਹ ਪੈਦਾ ਹੋ ਰਿਹਾ। ਕਿਹਦੇ ਕਰਕੇ ਪੈਦਾ ਹੋ ਰਿਹਾ, ਫਲਕਸ ਦੇ ਘੁੰਮਣ ਕਰਕੇ। ਤਾਂ ਉਹ ਕੀ ਕਰੂਗਾ, ਉਹ ਆਪਦੇ ਅੰਦਰ, ਜੇ ਮੰਨ ਲਓ ਇੱਥੇ ਨਾਰਥ ਪੋਲ ਬਣਿਆ ਹੋਇਆ, ਉਹ ਇੱਥੇ ਸਾਊਥ ਪੋਲ ਬਣਾ ਲੂਗਾ, ਤਾਂ ਕਿ ਉਹਨੂੰ ਲੱਗੇਗਾ, ਉਹ ਕੀ ਕੋਸ਼ਿਸ਼ ਕਰੇਗਾ ਵੀ ਮੈਂ ਰੋਟਰ ਨੂੰ ਜੇ ਆਹ ਸਪੀਡ ਦੇ ਉੱਪਰ ਘੁਮਾ ਲਾਂ, ਜਿਹੜੀ ਸਪੀਡ ਦੇ ਉੱਪਰ ਸਟੇਟਰ ਘੁੰਮ ਰਿਹਾ, ਜੇ ਰੋਟਰ ਵੀ ਉਸੇ ਸਪੀਡ ਦੇ ਉੱਪਰ ਘੁੰਮਣ ਲੱਗ ਜੇ ਤਾਂ ਕੀ ਹੋਏਗਾ, EMF ਇੰਡਿਊਸ ਹੋਣੀ ਬੰਦ ਹੋ ਜਾਏਗੀ ਨਾ। ਤਾਂ ਲੈਂਜ਼ ਲਾ ਇਹੀ ਤਾਂ ਕਹਿੰਦਾ ਵੀ ਜਿਹੜਾ ਪੈਦਾ ਹੋਣ ਵਾਲੀ ਚੀਜ਼ ਹੁੰਦੀ ਆ, ਪੈਦਾ ਹੋਣ ਵਾਲਾ ਕੀ ਹੈ ਇੱਥੇ ਕਰੰਟ, ਉਹ ਹਮੇਸ਼ਾ ਅਪੋਜ਼ ਕਰਦਾ ਹੈਗਾ ਜਿਹਦੇ ਕਰਕੇ ਉਹ ਪੈਦਾ ਹੋ ਰਿਹਾ। ਕਿਹਦੇ ਕਰਕੇ ਪੈਦਾ ਹੋ ਰਿਹਾ, ਰੋਟੇਸ਼ਨ ਕਰਕੇ, ਜਿਹੜੀ ਫਲਕਸ ਜਿਹੜੀ ਚੇਂਜ ਜਿਹੜੀ ਘੁੰਮ ਰਹੀ ਆ।
ਤਾਂ ਇਹਦੇ ਪਿੱਛੇ ਪਿੱਛੇ ਸਾਡਾ ਰੋਟਰ ਵੀ ਘੁੰਮਣ ਲੱਗ ਜਾਂਦਾ ਹੈਗਾ। ਤਾਂ ਉਹ ਸੇਮ ਡਾਇਰੈਕਸ਼ਨ 'ਚ ਇਸ ਲਈ ਘੁੰਮਦਾ ਹੈਗਾ ਤਾਂ ਕਿ ਜਿਹੜੀ ਦੋਨਾਂ ਦੀ ਰਿਲੇਟਿਵ ਸਪੀਡ ਹੈ ਜਿਹੜੀ ਸਾਡੀ, ਕਿਉਂਕਿ ਜਿਹੜੀ ਸਾਡੀ ਰਿਲੇਟਿਵ ਸਪੀਡ ਹੁੰਦੀ ਹੈ, ਜਦੋਂ ਰਿਲੇਟਿਵ ਸਪੀਡ 0 ਹੋ ਜਾਂਦੀ ਹੈਗੀ, ਰਿਲੇਟਿਵ ਸਪੀਡ 0 ਹੋਣ ਦੇ ਨਾਲ ਕਰੰਟ ਵੀ ਸਾਡਾ 0 ਹੋ ਜਾਂਦਾ ਹੈਗਾ। ਤਾਂ ਰਿਲੇਟਿਵ ਸਪੀਡ ਨੂੰ 0 ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਰੋਟਰ। ਤਾਂ ਜਦੋਂ ਰਿਲੇਟਿਵ ਸਪੀਡ 0 ਹੋ ਜਾਂਦੀ ਹੈਗੀ, ਰਿਲੇਟਿਵ ਸਪੀਡ, ਉਸ ਵੇਲੇ ਕਰੰਟ ਵੀ ਸਾਡਾ 0 ਹੋ ਜਾਂਦਾ। ਤੇ ਜਿਹੜਾ ਪੈਦਾ ਹੋ ਰਿਹਾ ਕਰੰਟ ਆ ਉਹ ਇਹੀ ਤਾਂ ਚਾਹੁੰਦਾ ਵੀ ਮੈਂ 0 ਹੋ ਜਾਂ, ਕਿਉਂਕਿ ਲੈਂਜ਼ ਲਾ ਕਹਿੰਦਾ ਹੈਗਾ ਵੀ ਇਫੈਕਟ ਆ ਜਿਹੜਾ ਆਲਵੇਜ਼ ਅਪੋਜ਼ਿਸ ਇਟਸ ਕਾਜ਼, ਜਿਹਦੇ ਕਰਕੇ ਪੈਦਾ ਹੁੰਦਾ ਹੈਗਾ ਉਹਨੂੰ ਹਮੇਸ਼ਾ ਅਪੋਜ਼ ਕਰਦਾ ਹੈਗਾ। ਤਾਂ ਇਹਦਾ ਆਨਸਰ ਲੈਂਜ਼ ਲਾ ਆਏਗਾ ਜੀ। ਕਿਸੇ ਕੁਐਸਚਨ ਦੀ ਜਿਹੜੀ ਐਕਸਪਲੇਨੇਸ਼ਨ ਹੈ ਜੇ ਤੁਹਾਨੂੰ ਨਹੀਂ ਪ੍ਰੋਪਰ ਪਤਾ ਲੱਗਿਆ ਤਾਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਮੈਂ ਤੁਹਾਨੂੰ ਦੁਬਾਰਾ ਅਗਲੀ ਵੀਡੀਓ ਦੇ ਵਿੱਚ ਸਮਝਾ ਦਾਂਗਾ। ਰਿਲੇਟਿਵ ਸਪੀਡ ਬਿਟਵੀਨ ਦੀ ਸਟੇਟਰ ਐਂਡ ਰੋਟਰ ਫਲਕਸ ਇਜ਼ ਇਕੁਅਲ ਟੂ, ਹਮੇਸ਼ਾ ਜੇ ਜਦੋਂ ਫਲਕਸਾਂ ਦੀ ਗੱਲ ਕੀਤੀ ਹੈ ਨਾ, ਫਲਕਸਿਸ ਦੀ ਗੱਲ, ਤਾਂ ਰੋਟਰ ਦਾ ਫਲਕਸ ਯਾਦ ਰੱਖਣਾ ਗਾ ਅਤੇ ਸਟੇਟਰ ਦਾ ਫਲਕਸ, ਦੋਨਾਂ ਦੀ ਜਿਹੜੀ ਸਪੀਡ ਹੁੰਦੀ ਹੈਗੀ ਉਹ ਸਿੰਕਰੋਨਸ ਸਪੀਡ ਹੁੰਦੀ ਹੈ, ਇਹ ਗੱਲ ਯਾਦ ਰੱਖਣੀ ਹੈ। ਜਿੰਨੀ ਸਪੀਡ ਦੇ ਉੱਪਰ ਸਟੇਟਰ ਦਾ ਫਲਕਸ ਘੁੰਮਦਾ ਹੁੰਦਾ ਉਨੀ ਸਪੀਡ ਦੇ ਉੱਪਰ ਹੀ ਤੁਹਾਡੇ ਰੋਟਰ ਦਾ ਫਲਕਸ ਘੁੰਮਦਾ ਹੁੰਦਾ। ਅਤੇ ਉਹਦਾ ਜਿਹੜਾ ਫਾਰਮੂਲਾ ਹੁੰਦਾ 120 F/P ਹੀ ਹੁੰਦਾ ਹੈਗਾ, ਜਿਹਦਾ ਮਤਲਬ ਆਪਸ ਦੇ ਵਿੱਚ ਉਹਨਾਂ ਦੀ ਰਿਲੇਟਿਵ ਸਪੀਡ ਕਿੰਨੀ ਹੋਗੀ, 0 ਹੁੰਦੀ ਹੈਗੀ। ਆਪਸ ਦੇ ਵਿੱਚ ਰਿਲੇਟਿਵ ਸਪੀਡ 0 ਹੁੰਦੀ ਹੈਗੀ ਉਹਨਾਂ ਦੀ। ਠੀਕ ਹੈ ਜੀ। ਰਹੀ ਗੱਲ ਰੋਟਰ ਦੀ, ਹਾਂ ਰੋਟਰ ਜਿਹੜਾ ਹੁੰਦਾ ਹੈਗਾ, ਰੋਟਰ ਦੀ ਸਪੀਡ ਅਲੱਗ ਹੁੰਦੀ ਹੈ, ਉਹਦਾ ਫਾਰਮੂਲਾ ਕੀ ਹੁੰਦਾ ਹੈਗਾ, NS1 - S। ਠੀਕ ਹੈ ਜੀ। ਅਗਲੀ ਗੱਲ ਦਾ ਕਹਿੰਦਾ ਸਟੇਟਰ ਫਲਕਸ ਇੰਡਿਊਸਿਸ EMF ਇਨ ਦਾ ਰੋਟਰ ਬਾਰਸ, ਸਟੇਟਰ ਫਲਕਸ ਇੰਡਿਊਸਿਸ EMF ਇਨ ਦਾ ਰੋਟਰ ਬਾਰਸ। ਉਹ ਕਾਹਤੇ ਡਿਪੈਂਡ ਕਰਦਾ ਵੀ ਰੋਟਰ ਬਾਰ ਦੇ ਵਿੱਚ ਕਿੰਨੀ EMF ਇੰਡਿਊਸ ਹੋਏਗੀ। ਜਿਹੜੀ EMF ਇੰਡਿਊਸ ਹੋਏਗੀ ਰਾਜੇ, ਪਹਿਲੀ ਗੱਲ ਰੋਟੇਟਿੰਗ ਐਟ ਦਾ ਸਿੰਕਰੋਨਸ ਸਪੀਡ ਅਰਾਊਂਡ ਦਾ ਸਟੇਟਰ, ਕੌਂਸਟੈਂਟ ਇਨ ਮੈਗਨੀਟਿਊਡ ਇਜ਼ ਡਿਪੈਂਡ ਅਪੋਨ ਦਾ, ਆ ਦੇਖੋ ਜੀ ਰੋਟਰ ਦੇ ਵਿੱਚ EMF ਇੰਡਿਊਸ ਜਿਹੜੀ ਹੁੰਦੀ ਆ ਉਹ ਡਿਪੈਂਡ ਕਰਦੀ ਆ ਵੀ ਸਟੇਟਰ ਦੇ ਫਲਕਸ ਦੀ ਤੇ ਰੋਟਰ ਦੀ ਸਪੀਡ ਆਪਸ ਦੇ ਵਿੱਚ ਕਿੰਨਾ ਫਰਕ ਹੈਗਾ। ਨੋਰਮਲੀ ਸਾਡਾ ਜਿਹੜਾ ਸਟੇਟਰ ਦਾ ਫਲਕਸ ਹੁੰਦਾ ਹੈਗਾ, ਮੰਨ ਲਓ 4 ਪੋਲ ਦੀ ਮੋਟਰ ਵਾਸਤੇ ਉਹ 1500 ਦੇ ਉੱਪਰ ਘੁੰਮ ਰਿਹਾ। ਮੰਨ ਲਓ ਲੋਡ ਹੈਗਾ ਤੁਹਾਡਾ ਇੱਥੇ 1400 ਜੀ, ਕੋਈ ਪਰਟੀਕੂਲਰ ਲੋਡ ਆ ਉਹਦੇ ਨਾਲ ਇਹ 1440 ਤੇ ਘੁੰਮ ਰਹੀ ਹੈ ਜਿਹੜੀ ਸਾਡੀ ਮੋਟਰ ਹੈਗੀ। ਤਾਂ ਕਟਿੰਗ ਕਿੰਨੀ ਹੋ ਰਹੀ ਹੈਗੀ, 60 RPM ਦੀ ਕਟਿੰਗ ਹੋ ਰਹੀ ਹੈ। ਤਾਂ EMF ਇੰਡਿਊਸ ਕਿੰਨੇ ਦੇ ਹਿਸਾਬ ਨਾਲ ਹੋਊਗਾ, 60 ਦੇ। ਜੇ ਆਪਾਂ ਲੋਡ ਵਧਾ ਕੇ ਸਾਡੇ ਕੋਲੇ ਜੇ ਇਹਨੂੰ 1400 ਕਰ ਦਈਏ, ਲੋਡ ਵਧਾ ਕੇ ਇਹਨੂੰ ਸਿਰਫ 1400 ਹੀ ਕਰ ਦਈਏ, ਤਾਂ 1400 ਕਰਨ ਦੇ ਨਾਲ ਹੁਣ ਸਾਡੇ ਕੋਲੇ ਕਟਿੰਗ ਕਿੰਨੀ ਹੋ ਜੂਗੀ, 100 ਹੋ ਜੂਗੀ ਨਾ ਕਟਿੰਗ। ਇਹਦਾ ਮਤਲਬ ਕੀ ਹੈ, ਜੇ ਕਟਿੰਗ ਸਾਡੀ 100 ਹੋ ਗਈ ਇਹਦਾ ਮਤਲਬ ਸਾਡੀ EMF ਇੰਡਿਊਸ ਪਹਿਲਾਂ ਨਾਲੋਂ ਵੱਧ ਜਾਏਗੀ, ਕਿਉਂਕਿ ਜਿੰਨਾ ਰੇਟ ਆਫ ਚੇਂਜ ਆਫ ਫਲਕਸ ਵੱਧ ਹੁੰਦਾ ਉਨੀ ਸਾਡੀ ਕਟਿੰਗ ਜ਼ਿਆਦਾ ਹੁੰਦੀ ਆ। ਤਾਂ ਕਟਿੰਗ ਸਾਡੀ ਕਿੰਨੀ ਹੋ ਜਾਏਗੀ ਜੀ, ਕਟਿੰਗ ਸਾਡੀ ਹੋ ਜਾਏਗੀ ਬੱਚੇ, ਇਹਦੇ ਉੱਪਰ ਕੀ ਹੈ, ਜਿੰਨਾ ਲੋਡ ਵਧੀ ਜਾਏਗਾ ਉਨੀ ਕਟਿੰਗ ਵਧੀ ਜਾਏਗੀ। ਤਾਂ ਮੈਗਨੀਟਿਊਡ ਜਿਹੜਾ ਹੁੰਦਾ ਹੈਗਾ EMF ਦੀ ਜਿਹੜੀ ਪੈਦਾ ਹੁੰਦੀ ਹੈਗੀ ਉਹ ਕਿਹਦੇ ਡਿਪੈਂਡ ਕਰਦਾ ਹੈਗਾ, ਲੋਡ ਦੇ ਉੱਪਰ। ਤਾਂ ਫਿਰ ਇਹ ਕਹਿ ਸਕਦੇ ਆਪਾਂ ਜਿਹੜੀ E2 ਹੁੰਦੀ ਹੈਗੀ ਉਹ ਡਿਪੈਂਡ ਕਰਦੀ ਹੁੰਦੀ ਹੈ S ਦੇ ਉੱਪਰ। ਜਿਹੜੀ ਰੋਟਰ ਦੇ ਵਿੱਚ EMF ਇੰਡਿਊਸ ਹੁੰਦੀ ਹੈ S/E2 ਹੁੰਦੀ ਹੈ ਨਾ, ਵੀ ਉੱਪਰੋਂ ਸਾਡੀ ਕਿੰਨੀ ਵੋਲਟੇਜ ਆ ਰਹੀ ਹੈ ਸਟੇਟਰ ਦੇ ਪਾਸਿਓਂ, ਅਤੇ ਸਲਿੱਪ ਸਾਡੀ ਕਿੰਨੀ ਹੈ। ਅਤੇ ਸਲਿੱਪ ਕਿਹਦਾ ਕੰਪੋਨੈਂਟ ਆ, ਲੋਡ ਦਾ ਕੰਪੋਨੈਂਟ ਆ, ਵੀ ਲੋਡ ਜਿੰਨਾ ਵੱਧ ਹੁੰਦਾ ਉਨੀ ਸਲਿੱਪ ਸਾਡੀ ਵੱਧ ਹੁੰਦੀ ਹੈਗੀ। ਤਾਂ ਲੋਡ 'ਤੇ ਡਿਪੈਂਡ ਕਰਦਾ ਜੀ ਰੋਟਰ ਦੇ ਵਿੱਚ EMF ਇੰਡਿਊਸ ਕਿੰਨੀ ਹੋਏਗੀ। ਸਿੰਕਰੋਨਸ ਸਪੀਡ ਇਜ਼ ਡਿਫਾਈਨਡ ਐਟ ਦਾ ਸਪੀਡ ਐਟ ਵਿੱਚ, ਸਿੰਕਰੋਨਸ ਸਪੀਡ ਕਿਹਨੂੰ ਕਹਿੰਦੇ, ਜਿੱਥੇ ਕੌਣ ਘੁੰਮਦਾ ਹੈਗਾ, ਸਟੇਟਰ ਦਾ ਮੈਗਨੈਟਿਕ ਫੀਲਡ ਘੁੰਮਦਾ, ਬਿਲਕੁਲ ਠੀਕ ਆ। ਰੋਟਰ ਰੋਟੇਟ ਔਨ ਨੋ ਲੋਡ, ਨਹੀਂ ਜੀ ਇਹ ਤਾਂ ਸਿੰਕਰੋਨਸ ਸਪੀਡ 'ਤੇ ਕਦੇ ਘੁੰਮ ਹੀ ਨਹੀਂ ਸਕਦਾ। ਫੁੱਲ ਲੋਡ ਦੇ ਉੱਪਰ ਹਮੇਸ਼ਾ ਘੱਟ ਸਪੀਡ ਦੇ ਉੱਪਰ ਘੁੰਮਦਾ ਸਿੰਕਰੋਨਸ ਸਪੀਡ ਤੋਂ। ਤਾਂ ਸਟੇਟਰ ਦਾ ਜਿਹੜਾ ਫੀਲਡ ਘੁੰਮਦਾ ਹੁੰਦਾ ਉਹਦੇ ਹਿਸਾਬ ਨਾਲ ਅਸੀਂ ਕਹਿੰਦੇ ਵੀ ਉਹਦੀ ਸਿੰਕਰੋਨਸ ਸਪੀਡ ਹੈਗੀ। ਠੀਕ ਹੈ, ਇੰਡਕਸ਼ਨ ਮੋਟਰ ਦੀ ਗੱਲ ਹੋ ਰਹੀ ਹੈਗੀ ਇਹ। ਜੇ ਸਿੰਕਰੋਨਸ ਮੋਟਰ ਦੀ ਗੱਲ ਹੋ ਰਹੀ ਹੁੰਦੀ ਫਿਰ ਅਸੀਂ ਆਹ ਵੀ ਕਹਿ ਦਿੰਦੇ ਵੀ ਰੋਟਰ ਜਿੰਨੇ 'ਤੇ ਘੁੰਮਦਾ ਹੈਗਾ ਉਹਨੂੰ ਕਹਿ ਦਿੰਦੇ ਹੈਗੇ ਅਸੀਂ, ਚਾਹੇ ਫੁੱਲ ਲੋਡ ਹੋਵੇ ਨਾ ਨੋ ਲੋਡ ਹੋਵੇ, ਰੋਟਰ ਹਮੇਸ਼ਾ ਉਹਦਾ ਤਾਂ ਸਿੰਕਰੋਨਸ ਸਪੀਡ 'ਤੇ ਘੁੰਮਦਾ ਹੁੰਦਾ। ਪਰ ਇਹਦਾ ਕਿਤੇ ਘੁੰਮਦਾ ਹੈਗਾ, ਇਹਦਾ ਸਿਰਫ ਸਟੇਟਰ ਫੀਲਡ ਘੁੰਮਦਾ ਹੁੰਦਾ ਸਿੰਕਰੋਨਸ ਸਪੀਡ 'ਤੇ, ਰੋਟਰ ਦੀ ਸਪੀਡ ਤਾਂ ਹਮੇਸ਼ਾ ਘੱਟ ਹੀ ਹੁੰਦੀ ਹੈਗੀ। ਅਗਲੀ ਵਾਰ ਮੈਕਸੀਮਮ ਪੋਸੀਬਲ ਸਪੀਡ ਆਫ 3 ਫੇਸ ਕਰਕੇ ਇੰਡਕਸ਼ਨ ਮੋਟਰ ਵਿਦ 4% ਸਲਿੱਪ। ਪਹਿਲੀ ਗੱਲ ਤਾਂ ਇਹ ਹੈਗੀ ਰਾਜੇ, ਸਿੱਧੀ ਗੱਲ, ਜਦੋਂ ਇਹਨੇ ਕਿਹਾ ਹੈਗਾ ਮੈਕਸੀਮਮ ਪੋਸੀਬਲ ਸਪੀਡ, ਤਾਂ ਮੈਕਸੀਮਮ ਪੋਸੀਬਲ ਸਪੀਡ ਦਾ ਕੀ ਮਤਲਬ ਹੈਗਾ, 120 F/P ਦੇ ਹਿਸਾਬ ਨਾਲ ਜਿੰਨੇ ਪੋਲ ਘੱਟ ਹੋਣਗੇ ਉਨੀ ਸਾਡੀ ਸਪੀਡ ਹੈ ਜਿਹੜੀ ਉਹ ਵੱਧ ਹੋਊਗੀ। ਜਿੰਨੇ ਪੋਲ ਘੱਟ ਹੋਣਗੇ, ਤਾਂ ਪੋਲ ਘੱਟੋ ਘੱਟ ਪੋਲ ਸਾਡੇ ਕਿੰਨੇ ਹੋ ਸਕਦੇ ਆ, 2 ਤੋਂ ਘੱਟ ਇੱਕ ਪੋਲ ਨਹੀਂ ਹੋ ਸਕਦਾ, ਘੱਟੋ ਘੱਟ ਪੋਲ 2 ਹੋ ਸਕਦੇ ਆ। ਤਾਂ 2 ਪੋਲ ਵਾਸਤੇ ਸਾਡੇ ਕੋਲ ਕਿੰਨਾ ਆਉਂਦਾ ਹੁੰਦਾ, 120 F/P, F ਦੀ ਵੈਲਿਊ 50, P ਦੀ ਵੈਲਿਊ 2 ਭਰੀ, ਜੇ ਆਪਣੇ ਕੋਲ ਕਿੰਨੀ ਸਪੀਡ ਆਉਂਦੀ ਹੁੰਦੀ ਹੈ, 3000 ਸਪੀਡ ਆਉਂਦੀ ਹੁੰਦੀ ਹੈ। ਤਾਂ 3000 RPM ਕੀ ਹੈ ਸਾਡਾ, ਆਹ ਕੀ ਹੈ ਸਾਡਾ, ਇਹ ਤਾਂ ਸਿੰਕਰੋਨਸ ਸਪੀਡ ਹੈਗੀ। ਪਰ ਰੋਟਰ ਕਿਹਦੇ ਉੱਪਰ ਘੁੰਮੂਗਾ, ਇਹਦੇ ਨੇੜੇ ਤੇੜੇ ਇੱਕੋ ਹੀ ਸਪੀਡ ਹੈਗੀ 2880, ਤਾਂ ਆਨਸਰ ਆ 2880।
ਜੇ ਤੁਸੀਂ ਕੱਢਣਾ ਚਾਹੁੰਦੇ ਹੋਗੇ ਤਾਂ ਕੱਢ ਸਕਦੇ ਹੋ ਵੀ ਐਨ ਆਰ ਦਾ ਫਾਰਮੂਲਾ ਜਿਹੜਾ ਹੁੰਦਾ, ਐਨ ਆਰ ਦਾ ਫਾਰਮੂਲਾ ਜਿਹੜਾ ਹੁੰਦਾ ਹੈਗਾ ਉਹ ਐਨ ਐਸ 1 ਮਾਈਨਸ ਐਸ ਹੁੰਦਾ। ਐਨ ਐਸ ਸਾਡਾ ਕਿੰਨਾ ਆਏਗਾ 3000, 3000 1 ਮਾਈਨਸ ਐਸ ਕਿੰਨਾ ਹੈ 4% ਸਲਿੱਪ ਆ ਗਈ, 0.04 ਭਰਾਂਗੇ ਸਲਿੱਪ ਨੂੰ। ਤਾਂ ਇਹਨੂੰ ਅਸੀਂ ਮਲਟੀਪਲਾਈ ਕਰਾਂਗੇ 3000 ਨੂੰ, ਜਦੋਂ ਮਲਟੀਪਲਾਈ ਕਰਾਂਗੇ 0.96 ਨਾਲ ਸਾਡੇ ਕੋਲ ਇੱਥੋਂ ਕਿੰਨਾ ਆ ਜਾਊਗਾ 2880 ਹੀ ਆ ਜਾਏਗਾ। ਤਾਂ ਕਲੀਅਰ ਹੋ ਗਈ ਜੀ ਗੱਲ ਇਹ। ਉਸ ਤੋਂ ਬਾਅਦ ਦੇਖੋ ਜੀ 6 ਪੋਲ ਦੀ ਇੱਕ ਮੋਟਰ ਹੈ, ਕਹਿੰਦਾ 5% ਉਹਦੀ ਸਲਿੱਪ ਆ। ਸੇਮ ਫਾਰਮੂਲਾ ਲਾਉਣਾ ਜੀ ਅਸੀਂ, 950 RPM ਆ ਜਾਊਗਾ, ਸੇਮ ਫਾਰਮੂਲਾ ਉਹੀ ਐਨ ਐਸ ਵਾਲਾ, ਆਹ ਫਾਰਮੂਲਾ ਲੱਗ ਜੂ। ਸਲਿੱਪ ਹੁਣ ਇੱਥੇ ਹੈਗੀ ਹੈ ਸਾਡੀ, ਸਲਿੱਪ ਹੈਗੀ ਹੈ 0.05, ਠੀਕ ਹੈ ਜੀ। ਅਤੇ ਜਿਹੜੀ ਸਿੰਕਰੋਨਸ ਸਪੀਡ ਹੈਗੀ 120 F/P ਦੇ ਫਾਰਮੂਲੇ ਨਾਲ 6 ਪੋਲਾਂ ਵਾਸਤੇ ਕਿੰਨੀ ਆ ਜੂਗੀ, ਉਹ 1000 ਆ ਜੂਗੀ। ਠੀਕ ਹੈ ਜੀ, ਓਕੇ। ਨੈਕਸਟ ਚਲੋ ਜੀ 3 ਫੇਸ ਇੰਡਕਸ਼ਨ ਮੋਟਰ 50, ਇਹ ਹੈਗਾ 440 ਦੀ 6 ਪੋਲ ਦੀ ਇੱਕ ਮਸ਼ੀਨ ਹੈਗੀ, 5% ਸਲਿੱਪ ਹੈਗੀ। ਪੁੱਛ ਕੀ ਰਿਹਾ, ਕਹਿੰਦਾ ਸਪੀਡ ਆਫ ਸਟੇਟਰ ਮੈਗਨੈਟਿਕ ਫੀਲਡ ਵਿਦ ਰਿਸਪੈਕਟ ਟੂ ਰੋਟਰ ਮੈਗਨੈਟਿਕ ਫੀਲਡ। ਸਟੇਟਰ ਮੈਗਨੈਟਿਕ ਫੀਲਡ ਅਤੇ ਰੋਟਰ ਮੈਗਨੈਟਿਕ ਫੀਲਡ, ਇਹਨਾਂ ਦੋਨਾਂ ਦੇ ਵਿੱਚ ਅਸੀਂ ਦੱਸਣਾ ਹੈਗਾ ਵੀ ਆਪਸ ਦੇ ਵਿੱਚ ਫ਼ਰਕ ਕੀ ਹੋਊਗਾ। ਸਟੇਟਰ ਮੈਗਨੈਟਿਕ ਫੀਲਡ ਅਤੇ ਰੋਟਰ ਮੈਗਨੈਟਿਕ ਫੀਲਡ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ ਕੀ ਹੁੰਦਾ, ਹਮੇਸ਼ਾ ਸਿੰਕਰੋਨਸ ਸਪੀਡ 'ਤੇ ਘੁੰਮਦੇ ਆ ਅਤੇ ਦੋਨਾਂ ਦੇ ਵਿੱਚ ਫ਼ਰਕ ਹੋਏਗਾ 0 ਦਾ। ਐਂਡ ਸਪੀਡ ਆਫ ਰੋਟਰ ਵਿਦ ਰਿਸਪੈਕਟ ਟੂ ਸਟੇਟਰ ਮੈਗਨੈਟਿਕ ਫੀਲਡ, ਰੋਟਰ ਦੀ ਸਪੀਡ ਕਿੰਨੀ ਹੈ ਜੇ 5% 6 ਪੋਲਾਂ ਵਾਸਤੇ ਉੱਪਰਲੇ ਪਾਸੇ ਕੱਢੀ ਹੈ 950 ਹੈਗੀ ਹੈ ਸਾਡੀ ਰੋਟਰ ਦੀ ਸਪੀਡ, ਅਤੇ ਸਟੇਟਰ ਦੀ ਸਪੀਡ ਹੈਗੀ ਹੈ ਕਿ ਸਾਡੀ ਸਟੇਟਰ ਦੇ ਫਲਕਸ ਦੀ 1000। ਤਾਂ ਇਹਦੇ ਹਿਸਾਬ ਨਾਲ 1000 ਅਤੇ 950 ਦੇ ਵਿੱਚ ਫ਼ਰਕ ਕਿੰਨਾ 50 ਦਾ, ਤਾਂ ਕਿੰਨੇ ਦਾ ਫਰਕ ਆਊਗਾ ਸਾਡੇ 50 ਦਾ ਫਰਕ ਆਊਗਾ। ਆਹੋ ਉਹਨੇ ਕਿਹਾ ਹੈਗਾ ਇਹਨੇ ਕਿਹਾ ਹੈਗਾ ਰੋਟਰ ਸਪੀਡ ਵਿਦ ਰਿਸਪੈਕਟ ਟੂ ਸਟੇਟਰ ਸਪੀਡ, ਰੋਟਰ ਸਪੀਡ ਕਿੰਨੀ ਹੈਗੀ 950 ਵਿਦ ਰਿਸਪੈਕਟ ਟੂ ਸਟੇਟਰ ਸਪੀਡ, ਉਹ ਪਿੱਛੇ ਆਊਗੀ, ਤਾਂ ਕਰਕੇ -50 ਲਿਆ ਹੋਇਆ, ਹੋਰ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਇੱਥੇ 50 ਲਿਆ ਮਾਈਨਸ ਲੈਣ ਦੀ। ਇਹ ਆਨਸਰ ਆ ਜੂਗਾ ਜੀ ਸਾਡਾ। ਠੀਕ ਹੈ ਜੀ, ਚਲੋ 8 ਪੋਲ ਦੀ ਇੱਕ ਮਸ਼ੀਨ ਆ 750 RPM ਦੇ ਉੱਪਰ ਚੱਲ ਰਹੀ ਹੈਗੀ। 8 ਪੋਲ ਦਾ ਇੱਕ ਅਲਟਰਨੇਟਰ ਆ, 8 ਪੋਲ ਦਾ ਇੱਕ ਅਲਟਰਨੇਟਰ ਆ 750 RPM ਦੇ ਉੱਪਰ ਚੱਲਦਾ। ਇਹ ਕਿਹਨੂੰ ਸਪਲਾਈ ਕਰ ਰਿਹਾ, ਇੱਕ ਇੰਡਕਸ਼ਨ ਮੋਟਰ ਨੂੰ ਸਪਲਾਈ ਕਰ ਰਿਹਾ। ਫੁੱਲ ਲੋਡ ਸਲਿੱਪ ਆ ਜਿਹੜੀ ਇਹਦੀ ਉਹ ਕਿੰਨੀ ਹੈਗੀ 3% ਹੈਗੀ। ਤਾਂ ਫੁੱਲ ਲੋਡ ਸਪੀਡ ਕੱਢਣੀ ਅਸੀਂ ਮੋਟਰ ਦੀ। ਪਹਿਲੀ ਗੱਲ ਤਾਂ ਜਦੋਂ ਤੁਹਾਨੂੰ ਜਨਰੇਟਰ ਅਤੇ ਮੋਟਰ ਦੋ ਗੱਲਾਂ ਇਕੱਠੀਆਂ ਕਰ ਦੇਵੇ ਨਾ, ਉਸ ਵੇਲੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਰਾਜੇ ਅਲਟਰਨੇਟਰ ਦੇਖਣ ਦੀ, ਵੀ ਅਲਟਰਨੇਟਰ ਦਿੱਤਾ ਹੁੰਦਾ ਕਾਹਦੇ ਵਾਸਤੇ, ਸਾਨੂੰ ਫ੍ਰੀਕੁਐਂਸੀ ਕੱਢਣ ਵਾਸਤੇ ਦਿੱਤਾ ਹੁੰਦਾ। ਕਦੇ ਵੀ ਆਪਦੇ ਕੋਲੋਂ 50 ਹਰਟਸ ਨਹੀਂ ਮੰਨਣੀ, ਬੇਸ਼ੱਕ ਇਹਦੀ 50 ਹਰਟਸ ਆਊਗਾ ਇਹਦਾ ਆਨਸਰ, ਬਟ ਕਦੇ ਵੀ ਆਪਦੇ ਕੋਲ ਜਿਹੜੀ ਫ੍ਰੀਕੁਐਂਸੀ ਉਹ 50 ਹਰਟਸ ਨਹੀਂ ਮੰਨਣੀ। ਦੇਖੋ ਪੂਰੇ ਕੁਐਸਚਨ ਦੇ ਵਿੱਚ ਕਿਤੇ ਵੀ ਫ੍ਰੀਕੁਐਂਸੀ ਨਹੀਂ ਦਿੱਤੀ ਹੋਈ ਹੈਗੀ। ਤਾਂ ਫ੍ਰੀਕੁਐਂਸੀ ਮੋਟਰ ਨੂੰ ਕਿਹੜੀ ਮਿਲਦੀ ਹੁੰਦੀ ਹੈ, ਜਿਹੜੀ ਸਾਡਾ ਸਟੇਟਰ ਪੈਦਾ ਕਰੂਗਾ। ਤਾਂ ਅਸੀਂ ਫ੍ਰੀਕੁਐਂਸੀ ਕੱਢਣੀ ਹੈ। ਫ੍ਰੀਕੁਐਂਸੀ ਦਾ ਫਾਰਮੂਲਾ ਹੁੰਦਾ ਕੀ ਹੈਗਾ, ਐਨ ਐਸ ਦਾ ਫਾਰਮੂਲਾ ਤਾਂ ਪਤਾ ਹੀ ਹੈ ਨਾ। ਐਨ ਐਸ ਦਾ ਫਾਰਮੂਲਾ ਕੀ ਹੁੰਦਾ 120 F/P। ਤਾਂ ਐਫ ਦਾ ਫਾਰਮੂਲਾ ਕੀ ਹੋ ਗਿਆ NSP/120। ਤਾਂ ਐਨ ਐਸ ਸਾਡਾ ਕਿੰਨਾ 750 RPM, ਸਾਡੇ ਕਿੰਨੇ 8 ਪੋਲ ਉੱਪਰ ਹੈਗਾ 120 ਇਜ਼ੀਕਲ ਟੂ ਇਹ ਆ ਗਈ ਫ੍ਰੀਕੁਐਂਸੀ। ਇਹ ਨਾਲ ਆ ਕੱਟ ਜਾਏਗਾ ਜੀ ਸਾਡਾ, ਇਹਦੇ ਨਾਲ 8 2 ਆ ਗਿਆ, ਇਹ 3 ਆ ਗਿਆ, ਤਾਂ ਇਹ ਆ ਗਿਆ 25 ਗੁਣਾ 2। ਇੱਥੋਂ ਸਾਡੀ ਫ੍ਰੀਕੁਐਂਸੀ ਕਿੰਨੀ ਹੈਗੀ 50 ਹਰਟਸ ਆ ਗਈ। ਹੁਣ ਇਹਦਾ ਮਤਲਬ ਕੀ ਆ 50 ਹਰਟਸ ਫ੍ਰੀਕੁਐਂਸੀ ਮਿਲ ਰਹੀ ਹੈਗੀ ਸਾਡੀ ਮੋਟਰ ਨੂੰ। ਜੇ ਮੋਟਰ ਨੂੰ 50 ਹਰਟਸ ਫ੍ਰੀਕੁਐਂਸੀ ਮਿਲਦੀ ਪਈ ਆ ਤਾਂ 6 ਪੋਲਾਂ ਵਾਸਤੇ 50 ਹਰਟਸ ਦੀ ਮੋਟਰ ਦੇ ਵਿੱਚ ਸਿੰਕਰੋਨਸ ਸਪੀਡ ਕਿੰਨੀ ਹੋਊਗੀ 1000। ਤਾਂ 1000 ਦਾ 3%, 1000 ਦਾ 3% ਕੱਢ ਕੇ ਸੇਮ ਫਾਰਮੂਲਾ ਲਗਾ ਸਕਦੇ ਹੋ ਤੁਸੀਂ ਐਨ ਆਰ ਵਾਲਾ, ਕਿ 1000 1 ਮਾਈਨਸ ਐਸ ਕਿੰਨੀ ਆ 0.03, ਤਾਂ 970 RPM ਇਹਦਾ ਆਨਸਰ ਆ ਜਾਊਗਾ। ਮੈਂ ਕੈਲਕੂਲੇਸ਼ਨ ਨਹੀਂ ਕਰਵਾ ਰਿਹਾ ਜੀ, ਮੈਂ ਤੁਹਾਨੂੰ ਸਿਰਫ ਕੰਸੈਪਟ ਦੱਸ ਰਿਹਾ ਗਾ। ਸਲਿੱਪਰਿੰਗ ਆਫ ਇੰਡਕਸ਼ਨ ਮੋਟਰ ਡਜ਼ ਨਾਟ ਡਿਪੈਂਡ ਅਪੋਨ, ਕਾਹਤੇ ਡਿਪੈਂਡ ਨਹੀਂ ਕਰਦੀ ਸਲਿੱਪਰਿੰਗ, ਸਲਿੱਪ ਕਾਹਤੇ ਡਿਪੈਂਡ ਨਹੀਂ। ਸਲਿੱਪ ਦਾ ਫਾਰਮੂਲਾ NS - NR/NS। ਹੁਣ ਰੋਟਰ ਦੀ ਸਪੀਡ ਦੇ ਉੱਪਰ ਸਲਿੱਪ ਡਿਪੈਂਡ ਕਰਦੀ ਹੈ, ਬਿਲਕੁਲ ਕਰਦੀ ਆ, ਦੇਖੋ ਲਿਖੀ ਹੋਈ ਹੈ, ਜਿੰਨੇ ਰੋਟਰ ਦੀ ਸਪੀਡ ਵੱਧ ਹੋਊ ਉਨੀ ਸਲਿੱਪ ਘੱਟ ਹੋਊ। ਸਿੰਕਰੋਨਸ ਸਪੀਡ 'ਤੇ ਕਰਦੀ ਹੈਗੀ, ਬਿਲਕੁਲ ਕਰਦੀ ਹੈਗੀ। ਸ਼ਾਫਟ ਦੀ ਟਾਰਕ ਦੇ ਉੱਪਰ ਬਿਲਕੁਲ ਕਰਦੀ ਹੈ, ਜਿੰਨੀ ਸ਼ਾਫਟ ਦੀ ਟਾਰਕ ਵੱਧ ਹੋਊ ਉਨਾ ਡਿਫਰੈਂਸ ਇਹਨਾਂ ਦਾ ਵੱਧ ਹੋਊ, ਉਨੀ ਸਲਿੱਪ ਵੱਧ ਹੋਊ। ਕੋਰ ਲਾਸ ਕੰਪੋਨੈਂਟ ਦੇ ਇਹਦੇ ਵਿੱਚ ਕੋਈ ਮਤਲਬ ਨਹੀਂ ਹੈਗਾ, ਇਹ 'ਤੇ ਡਿਪੈਂਡ ਨਹੀਂ ਕਰਦੀ ਹੈਗੀ। ਓਕੇ ਜੀ, ਅੱਗੇ ਦੇਖੋ ਜੀ ਇਹ 6 ਪੋਲ 50 ਹਰਟਸ ਬਾਊਂਡ ਇੰਡਕਸ਼ਨ ਮੋਟਰ ਵੈਨ ਸਪਲਾਈਡ ਫਰੋਮ ਏ ਰੇਟਡ ਵੋਲਟੇਜ। ਦੇਖੋ ਇੰਨਾ ਵੱਡਾ ਜਿਹੜਾ ਇਹ ਕੁਐਸਚਨ ਦਿੱਤਾ ਹੋਇਆ ਨਾ, ਇਹਦੇ ਵਿੱਚ ਸਭ ਗੱਲਾਂ ਫਾਲਤੂ ਨਹੀਂ ਹੈ, ਸਿਰਫ ਇੱਕ ਚੀਜ਼ ਦੇਖਣੀ ਹੈਗੀ ਅਸੀਂ, ਉਹ ਇਹ ਹੈਗੀ ਵੀ 6 ਪੋਲ ਦੀ ਜੇ ਮੋਟਰ ਹੋਏ, 6 ਪੋਲ 'ਤੇ 50 ਹਰਟਸ ਦੀ ਜਿਹੜੀ ਮੋਟਰ ਹੈਗੀ, ਉਹਦੇ ਵਿੱਚ ਜਿਹੜਾ ਸਟੇਟਰ ਫਲਕਸ ਆ ਉਹ ਕਿੰਨੇ 'ਤੇ ਘੁੰਮ ਰਿਹਾ, ਕਿੰਨੇ 'ਤੇ ਘੁੰਮ ਰਿਹਾ ਪਤਾ, ਉਹ 1000 RPM ਦੇ ਉੱਪਰ। ਆਹ ਛੱਡ ਦਿਓ ਸਾਰਾ ਕੁਝ, ਵੋਲਟੇਜ ਕਿੰਨੀ ਹੈ ਕੁਛ ਨਹੀਂ ਲੋੜ ਸਾਨੂੰ। ਉਹਨੇ ਕੀ ਕਿਹਾ, ਕਹਿੰਦਾ ਇਫ ਦਾ ਰੋਟਰ ਇਜ਼ ਡਰਿਵਨ
ਬਾਏ ਐਕਸਟਰਨਲ ਮੀਨਸ ਐਟ 1000 RPM ਆਪੋਜ਼ਿਟ ਟੂ ਦਾ ਡਾਇਰੈਕਸ਼ਨ ਆਫ ਸਟੇਟਰ ਫੀਲਡ। ਅਸੀਂ ਪੁੱਠੇ ਪਾਸੇ ਨੂੰ ਘੁਮਾਤਾ, ਜਿੱਧਰ ਨੂੰ ਘੁੰਮਦਾ ਹੁੰਦਾ ਨਾ ਆਪਦੇ ਆਪ, ਉਦੋਂ ਪੁੱਠੇ ਪਾਸੇ ਨੂੰ ਘੁਮਾਤਾ, ਤਾਂ ਉਸ ਵੇਲੇ ਵੋਲਟੇਜ ਕਹਿੰਦਾ ਕਿੰਨੀ ਆਏਗੀ ਸਾਡੀ, ਵੋਲਟੇਜ ਦੀ ਫ੍ਰੀਕੁਐਂਸੀ ਉਸ ਵੇਲੇ ਕਿੰਨੀ ਹੋਏਗੀ। ਤਾਂ ਪਹਿਲੀ ਗੱਲ ਤਾਂ ਰਹੇ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਕਦੇ ਵੀ ਫ੍ਰੀਕੁਐਂਸੀ ਕੱਢਣੀ ਹੋਵੇ ਰੋਟਰ ਦੀ, ਉਹ ਹੁੰਦੀ ਹੈ FR, ਉਹ ਹੁੰਦੀ ਹੈ ਸਲਿੱਪ ਇਨਟੂ ਸਪਲਾਈ ਫ੍ਰੀਕੁਐਂਸੀ। ਤਾਂ ਇਹਦਾ ਮਤਲਬ ਕੀ ਹੈ, ਸਾਨੂੰ ਇਹ ਰੋਟਰ ਦੀ ਫ੍ਰੀਕੁਐਂਸੀ ਤਾਂ ਪਤਾ ਲੱਗੂ ਜੀ ਸਾਨੂੰ ਸਲਿੱਪ ਪਤਾ। ਤਾਂ ਸਲਿੱਪ ਕਿੱਥੋਂ ਨਿਕਲੂਗੀ, ਸਲਿੱਪ ਕਿਵੇਂ ਕੱਢਣੀ ਹੈਗੀ, ਅਸੀਂ ਸਲਿੱਪ ਕੱਢਣ ਦਾ ਫਾਰਮੂਲਾ ਸਾਨੂੰ ਪਤਾ ਹੀ ਹੈਗਾ, ਕੀ ਹੁੰਦਾ ਹੈਗਾ, NS ਮਾਈਨਸ NR ਡਿਵਾਈਡ ਬਾਏ NS। ਹੁਣ NS ਇੱਥੇ ਕਿੰਨੀ ਹੈਗੀ, 6 ਪੋਲ ਦੀ ਮੋਟਰ 1000 ਆ। ਹੁਣ ਪ੍ਰੋਬਲਮ ਪਤਾ ਕੀ ਆ, ਦੇਖੋ ਜਦੋਂ ਆਪਾਂ ਨੋਰਮਲੀ ਆਪਾਂ ਕਹਿੰਦੇ ਸੀ ਮਾਈਨਸ, ਇੱਥੇ ਆਪਾਂ ਪਲੱਸ 'ਚ ਭਰਦੇ ਹੁੰਦੇ ਸੀ ਰੋਟਰ ਦੀ ਸਪੀਡ ਜਿੰਨੀ ਵੀ ਹੁੰਦੀ ਸੀਗੀ। ਇਹਨੇ ਕੀ ਕਿਹਾ, ਕਹਿੰਦਾ ਰੋਟਰ ਦੀ ਸਪੀਡ ਨੂੰ ਨਾ ਪੁੱਠੀ ਡਾਇਰੈਕਸ਼ਨ ਦੇ ਵਿੱਚ ਘੁਮਾਇਆ ਗਿਆ ਹੈਗਾ ਧੱਕੇ ਨਾਲ ਬਾਹਰਲੇ ਪਾਸਿਓਂ। ਤਾਂ ਜੇ ਇੱਥੇ ਆਪਾਂ -1000 ਭਰਾਂਗੇ, ਇਹ ਗੱਲ ਦਾ ਧਿਆਨ ਰੱਖਣਾ ਬਸ, ਹੇਠਾਂ ਸਿੰਕਰੋਨਸ ਸਪੀਡ ਇਹ ਆ ਜਾਊਗੀ। ਤਾਂ ਜਦੋਂ ਆਪਾਂ ਇੱਥੋਂ ਕੈਲਕੂਲੇਟ ਕਰਾਂਗੇ, ਸਾਡੇ ਕੋਲ 1000 ਪਲੱਸ ਮਾਈਨਸ ਪਲੱਸ ਹੋ ਜਾਏਗਾ ਨਾ, 2000 ਡਿਵਾਈਡ ਬਾਏ 1000 ਕਿੰਨਾ ਆ ਗਿਆ ਸਾਡਾ, 2 ਆ ਗਿਆ। ਤਾਂ ਸਲਿੱਪ ਸਾਡੀ ਕਿੰਨੀ ਆ ਗਈ, 2 ਆ ਗਈ। ਇੱਥੇ ਅਸੀਂ ਸਲਿੱਪ ਦੀ ਵੈਲਿਊ 2 ਭਰ ਦਾਂਗੇ, FS ਦੀ ਵੈਲਿਊ ਕਿੰਨੀ ਆ, 50 ਆ ਗਈ। ਆਨਸਰ ਸਾਡਾ ਕਿੰਨਾ ਆ ਗਿਆ, 100 ਹਰਟਸ ਆ ਗਿਆ, ਆਨਸਰ ਆ ਗਿਆ ਜੀ। ਅੱਗੇ ਚੱਲਦੇ ਜੀ, ਇਨ ਇੰਡਕਸ਼ਨ ਮੋਟਰ ਦਾ ਸਲਿੱਪ ਵਿਲ ਵੀ ਨੈਗੇਟਿਵ। ਸਲਿੱਪ ਨੈਗੇਟਿਵ ਕਦੋਂ ਹੁੰਦੀ ਹੈ ਰੇ, ਯਾਦ ਰੱਖਣਾ, ਸਲਿੱਪ ਨੈਗੇਟਿਵ ਉਦੋਂ ਹੁੰਦੀ ਹੈਗੀ। ਸਲਿੱਪ ਨੈਗੇਟਿਵ ਕਦੋਂ ਹੋਏਗੀ ਆ, ਇਹਦੇ ਵਿੱਚ ਦੇਖੋ, ਜਦੋਂ ਆਹ ਟਰਮ ਸਾਡੀ ਵੱਡੀ ਹੋ ਜਾਏਗੀ, ਜਦੋਂ ਰੋਟਰ ਸਾਡਾ ਸਿੰਕਰੋਨਸ ਸਪੀਡ ਤੋਂ ਵੱਧ ਘੁੰਮਣ ਲੱਗ ਜੂ। ਦੇਖੋ ਕਿੱਥੇ ਲਿਖਿਆ ਹੋਇਆ, ਰੋਟਰ ਰੋਟੇਟਸ ਐਟ ਸਪੀਡ ਲੈਸ ਦੈਨ, ਨਹੀਂ, ਰੋਟਰ ਰੋਟੇਟਸ ਐਟ ਸਪੀਡ ਮੋਰ ਦੈਨ ਸਿੰਕਰੋਨਸ ਸਪੀਡ ਇਨ ਦਾ ਡਾਇਰੈਕਸ਼ਨ। ਇਹ ਵੀ ਧਿਆਨ ਰੱਖਣਾ ਹੈਗਾ, ਡਾਇਰੈਕਸ਼ਨ ਸਾਡੀ ਸੇਮ ਹੋਣੀ ਚਾਹੀਦੀ ਹੈ, ਤਾਂ C ਆਨਸਰ ਬਣ ਜਾਊਗਾ। ਡਾਇਰੈਕਸ਼ਨ ਪੁੱਠੀ ਨਹੀਂ ਹੋਣੀ ਚਾਹੀਦੀ, ਜਿੱਧਰ ਨੂੰ ਸਟੇਟਰ ਘੁੰਮ ਰਿਹਾ ਉੱਧਰਲੇ ਪਾਸੇ ਰੋਟਰ ਘੁੰਮੇ, ਪਰ ਰੋਟਰ ਦੀ ਜਿਹੜੀ ਸਪੀਡ ਹੈਗੀ ਇਹ ਫਾਸਟ ਹੋਵੇ ਐਜ਼ ਕੰਪੇਅਰ ਟੂ ਸਿੰਕਰੋਨਸ ਸਪੀਡ ਆਫ ਸਟੇਟਰ ਦੇ। ਅਗਲਾ ਜੀ, ਫ੍ਰੀਕੁਐਂਸੀ ਆਫ 8 ਪੋਲ ਰੋਟਰ EMF ਦੀ, ਰੋਟਰ ਦੀ ਫ੍ਰੀਕੁਐਂਸੀ ਪਤਾ ਕਰਨੀ ਹੈ ਜੀ ਆਪਾਂ, ਸੇਮ ਫਾਰਮੂਲਾ ਲੱਗਣਾ। ਰੋਟਰ ਦੀ ਫ੍ਰੀਕੁਐਂਸੀ ਦਿੱਤੀ ਹੋਈ ਹੈ ਸਾਨੂੰ। ਹੁਣ ਕੀ ਕਹੇਗਾ, ਫ੍ਰੀਕੁਐਂਸੀ ਆਫ ਰੋਟਰ EMF ਆਫ 8 ਪੋਲ ਇੰਡਕਸ਼ਨ ਮੋਟਰ ਇਜ਼ 2 ਹਰਟਸ। 2 ਹਰਟਸ ਕੀ ਹੈਗੀ, FR 2 ਹਰਟਸ ਹੈਗੀ। ਸਪਲਾਈ ਫ੍ਰੀਕੁਐਂਸੀ 50 ਆ ਗਈ। ਮੋਟਰ ਦੀ ਸਪੀਡ ਪਤਾ ਕਰਨੀ ਹੈ। ਪਹਿਲੀ ਗੱਲ ਤਾਂ ਮੋਟਰ ਦੀ ਸਪੀਡ ਕਾਹਦੇ ਤੋਂ ਪਤਾ ਲੱਗੂ, NR ਤੋਂ। NR ਤੋਂ ਪਹਿਲਾਂ ਸਾਨੂੰ ਇੱਥੋਂ ਕੀ ਕੱਢਣਾ ਪਏਗਾ ਰਾਜਾ, 2 ਕਾਹਦੇ ਵਾਸਤੇ ਤਾਂ ਸਾਨੂੰ ਸਲਿੱਪ ਕੱਢਣੀ ਹੈ ਅਸੀਂ। ਤਾਂ ਸਲਿੱਪ ਕਿਵੇਂ ਨਿਕਲੂਗੀ, ਦੇਖੋ FR ਦੀ ਵੈਲਿਊ ਜਿਹੜੀ ਹੁੰਦੀ ਹੈ ਸਲਿੱਪ ਇਨਟੂ FS ਹੁੰਦੀ ਹੈ। ਅਸੀਂ ਸਾਨੂੰ 2 ਗੱਲਾਂ ਦਿੱਤੀਆਂ, ਇੱਕ ਤਾਂ ਦਿੱਤੀ ਹੋਈ ਹੈ FR, ਉਹ ਹੈਗੀ ਹੈ 2 ਸਾਡੀ, ਇੱਥੇ ਇੱਕ ਦਿੱਤੀ ਹੋਈ ਹੈ ਸਾਨੂੰ ਫ੍ਰੀਕੁਐਂਸੀ, ਸਪਲਾਈ ਫ੍ਰੀਕੁਐਂਸੀ। ਤਾਂ ਸਲਿੱਪ ਕੱਢ ਲਾਂਗੇ ਅਸੀਂ ਇੱਥੋਂ। ਤਾਂ S ਦੀ ਵੈਲਿਊ ਕਿੰਨੀ ਆ ਗਈ, 2/50 ਆ ਗਈ, ਮਤਲਬ 1/25 ਆ ਗਈ ਸਲਿੱਪ ਦੀ ਵੈਲਿਊ। ਤਾਂ ਸਲਿੱਪ ਦੀ ਵੈਲਿਊ 1/25 ਦਾ ਕੀ ਮਤਲਬ ਹੈਗਾ, 1/25 ਦਾ ਮਤਲਬ ਹੈਗਾ, ਇਹਨੂੰ 4 ਨਾਲ ਕਰਾਂਗੇ, ਉੱਪਰ ਵੀ 4 ਨਾਲ ਕਰਾਂਗੇ, 0.04 ਆ ਗਈ ਸਲਿੱਪ ਬੱਚੇ ਤੋਂ। ਜਿਹਨੂੰ ਆਹ ਨਹੀਂ ਪਤਾ ਉਹ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦਾ, ITI ਦਾ ਇੱਕ ਫੋਲਡਰ ਬਣਿਆ, ਉਹਦੇ ਵਿੱਚ ਪਹਿਲੀ ਵੀਡੀਓ ਦੇਖ ਲਓ ਜਾ ਕੇ ਰਾਜੇ, ਪਤਾ ਲੱਗ ਜੂ, ਪਹਿਲੀ ਦੂਜੀ ਮੈਥ ਦੀਆਂ ਵੀਡੀਓਜ਼ ਨੇਗੀਆਂ ਉਹ। ਤਾਂ 0.04 ਸਾਡੀ ਸਲਿੱਪ ਆ ਗਈ। 0.04 ਤੋਂ ਬਾਅਦ, ਇਸ ਤੋਂ ਬਾਅਦ ਦੇਖੋ ਕੀ ਕਰਾਂਗੇ, ਅਸੀਂ ਰੋਟਰ ਦੀ ਸਪੀਡ ਕੱਢਣੀ ਹੈਗੀ। ਹੁਣ ਸਾਡੀ ਫ੍ਰੀਕੁਐਂਸੀ, ਸਾਡੇ ਪੋਲ ਕਿੰਨੇ ਆ, 8 ਆ ਗਏ। ਤਾਂ 8 ਦੇ ਹਿਸਾਬ ਨਾਲ ਸਾਡੀ NS ਕਿੰਨੀ ਨਿਕਲ ਆਊਗੀ, 120F ਅਪੋਨ, ਉੱਪਰ ਆਊਗਾ 50 ਸਾਡਾ, F ਸਾਡੀ ਫ੍ਰੀਕੁਐਂਸੀ ਸਾਡੀ ਕਿੰਨੀ ਆਈ ਹੈ, 50 ਆ ਗਈ ਨਾ, ਅਪੋਨ P। ਤਾਂ ਦੇਖ ਲਓ ਜੀ ਇਹਨਾਂ ਕਰਕੇ ਕਿੰਨਾ ਆਊਗਾ, ਇੱਥੋਂ 750 ਆ ਜਾਊਗਾ ਇਹ। ਹੁਣ 750 ਦੇ ਹਿਸਾਬ ਨਾਲ ਸਪੀਡ, 750 ਦੀ ਸਪੀਡ ਕੱਢਣੀ ਹੈ ਜੀ, 750 ਦੇ ਹਿਸਾਬ ਨਾਲ, 750 ਦੇ ਹਿਸਾਬ ਨਾਲ ਜੋ ਸਪੀਡ ਕੱਢਾਂਗੇ ਕਿੰਨੀ ਕਰਾਂਗੇ ਆਪਾਂ, 1 - S, ਮਤਲਬ ਸਲਿੱਪ ਕਿੰਨੀ 4% ਆਈ ਹੈ ਨਾ, ਮਤਲਬ 0.96 ਨਾਲ ਗੁਣਾ ਹੋਊਗਾ ਰਾਜੇ। 1 - 0.04 ਕਰਾਂਗੇ ਜਦੋਂ ਆਪਾਂ NS, ਇੱਥੇ ਆਪਾਂ ਲਿਖਾਂਗੇ NS। ਤਾਂ ਜਦੋਂ ਆਪਾਂ 750 ਨੂੰ ਗੁਣਾ ਕਰਾਂਗੇ 0.96 ਦੇ ਨਾਲ, ਤਾਂ ਸਾਡੇ ਕੋਲ ਆਹ 720 ਆਨਸਰ ਬਣ ਜੂਗਾ। ਕਰਕੇ ਦੇਖ ਲਓ ਜੀ, ਚਾਹੇ 750 ਨੂੰ ਗੁਣਾ ਕਰਕੇ ਦੇਖ ਲਓ ਜੀ, 750 ਨੂੰ ਗੁਣਾ ਕਰਕੇ ਦੇਖ ਲਓ ਅਸੀਂ 0.96 ਨਾਲ, ਆਹ ਦੇਖ ਲਓ ਜੀ 720 ਆ ਗਿਆ ਤੁਹਾਡੇ ਸਾਹਮਣੇ ਆ, ਠੀਕ ਹੈ। ਚਲੋ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਆਪਾਂ, ਰੋਟਰ ਫ੍ਰੀਕੁਐਂਸੀ ਆਫ 3 ਫੇਸ ਇੰਡਕਸ਼ਨ ਮੋਟਰ। ਰੋਟਰ ਫ੍ਰੀਕੁਐਂਸੀ ਹੈਗੀ ਜਿਹੜੀ ਸਾਡੀ ਉਹ 25 ਹੈਗੀ। ਸਪੀਡ ਆਫ ਮੋਟਰ ਵੈਨ 50 ਹਰਟਸ। ਇਹ ਵੀ ਰਾਜੇ ਸੇਮ ਕੁਐਸਚਨ ਹੈਗਾ ਤੁਹਾਡਾ, 25 ਹਰਟਸ 'ਤੇ ਤੁਹਾਨੂੰ FR ਦਿੱਤੀ ਹੋਈ ਹੈਗੀ, ਆਹ ਤੁਹਾਨੂੰ FS ਦਿੱਤੀ ਹੋਈ ਹੈ। ਤੁਸੀਂ ਪਹਿਲਾਂ ਕੱਢਣੀ ਹੈਗੀ ਜੀ ਸਲਿੱਪ, ਆਪਣੇ ਆਪ ਕਰਨਾ ਹੈ ਕੁਐਸਚਨ। ਸਲਿੱਪ ਕੱਢਣ ਤੋਂ ਬਾਅਦ ਤੁਹਾਡੇ ਜਿਹੜੇ ਮੋਟਰ ਦੇ ਪੋਲ ਨੇਗੇ 4 ਨੇਗੇ, ਫਾਰਮੂਲੇ ਵਿੱਚ ਪੁੱਟ ਕਰਕੇ ਆਨਸਰ ਕੱਢ ਲੈਣਾ ਗਾ, ਲਗਭਗ ਆਹ ਆਊਗਾ ਰਾਜੇ, C ਆਨਸਰ ਆਉਣਾ ਚਾਹੀਦਾ ਇਹਦਾ। ਅੱਗੇ ਦੇਖੋ ਜੀ, ਅਗਲਾ ਹੈਗਾ ਇੰਸਰਸ਼ਨ ਆਫ। ਇੰਸਰਸ਼ਨ ਦਾ ਮਤਲਬ ਹੁੰਦਾ ਹੈਗਾ ਬੱਚੇ, ਇਸ ਜਿਹੜੀ ਇਹ ਟਰਮ ਆ ਗਈ,
इस टर्म का साडा मतलब हैगा ऐड करना। तो इंसरशन ऑफ रोटर रजिस्टेंस इन द रोटर सर्किट, जे आप रोटर सर्किट दे विच इंडक्शन मोटर दे जे रजिस्टेंस नूं वधा दईए तो साडा जिहड़ा फॉर ए गिवन टॉर्क असीं कहंदा सेम रखी हुई हैगी, लोड नहीं वधाया सी, तो करंट की होएगा, तो रोटर सर्किट टू द गिवन टॉर्क कॉजिज डैश इन रोटर करंट की होणगे। बच्चे ये मोटर हैगी, ਇਹਨੂੰ ਡੀਸੀ ਸਰਕਟ ਸਮਝ ਕੇ ਜਵਾਬ ਨਾ ਦੇ ਦਿਓ ਵੀ ਜਦੋਂ ਕਦੇ ਵੀ ਆਪਣੇ ਕੋਲ ਰੈਜ਼ਿਸਟੈਂਸ ਵੱਧਦੀ ਹੁੰਦੀ ਹੈ ਡੀਸੀ ਸਰਕਟ ਦੇ ਵਿੱਚ ਹੁੰਦਾ ਵੀ ਕਰੰਟ ਸਾਡਾ ਘਟ ਜਾਂਦਾ। ਇਹ ਡੀਸੀ ਸਰਕਟ ਨਹੀਂ ਹੈਗਾ ਵੀ ਸਾਡਾ ਕਰੰਟ ਘਟ ਜੂਗਾ। ਲੋਡ ਦੇ ਉੱਪਰ ਜਿੰਨਾ ਲੋਡ ਜਿਹੜਾ ਸਾਡਾ ਟਾਰਕ ਹੈ ਜੀ, ਟਾਰਕ ਦੀ ਕੀ ਹੁੰਦਾ V ਇੰਟੂ I ਇੰਟੂ cos ਥੀਟਾ, ਆਹ ਫਾਰਮੂਲਾ ਹੁੰਦਾ। ਮਤਲਬ ਕੀ ਹੈਗਾ ਟਾਰਕ ਆ ਜਿਹੜੀ, ਜਿੰਨੀ ਟਾਰਕ ਸਾਡੀ ਮੋਟਰ ਨੂੰ ਚਾਹੀਦੀ ਆ ਉਨਾ ਸਾਡਾ ਕਰੰਟ ਫਲੋ ਹੋਊਗਾ ਫੋਰ ਏ ਗਿਵਨ ਪਾਵਰ ਫੈਕਟਰ ਐਂਡ ਗਿਵਨ ਵੋਲਟੇਜ। ਵੋਲਟੇਜ ਤਾਂ ਸੇਮ ਇਹਦਾ ਮਤਲਬ ਜਿਹੜਾ ਕਰੰਟ ਉਹ ਡਿਪੈਂਡ ਕੀਤੇ ਕਰ ਰਿਹਾ, ਕਰੰਟ ਡਿਪੈਂਡ ਕਰ ਰਿਹਾ ਸਾਡੇ ਲੋਡ ਦੇ ਉੱਪਰ, ਨਾ ਕਿ ਤੁਸੀਂ ਆਪਦੇ ਵੱਲੋਂ ਕਿੰਨੀ ਰੈਜ਼ਿਸਟੈਂਸ ਐਡ ਕਰਤੀ ਜਾਂ ਡਿਕਰੀਜ਼ ਕਰਤੀ, ਇਹਦੇ ਉੱਪਰ ਨਹੀਂ ਕਰੰਟ ਡਿਪੈਂਡ ਕਰਦਾ। ਕਰੰਟ ਹਮੇਸ਼ਾ ਕੋਈ ਵੀ ਜਿਹੜੀ ਮੋਟਰ ਜਿਹੜਾ ਕਰੰਟ ਲੈਂਦੀ ਹੁੰਦੀ ਹੈਗੀ ਇਹ ਡਿਪੈਂਡ ਕਰਦਾ ਹੁੰਦਾ ਵੀ ਉਹਦੇ ਉੱਪਰ ਲੋਡ ਕਿੰਨਾ ਗਾ, ਤਾਂ ਕੋਈ ਚੇਂਜ ਨਹੀਂ ਆਵੇਗੀ ਕਿਸੇ ਮੋਟਰ ਦੇ ਵਿੱਚ। ਡੀਸੀ ਸਰਕਟ ਨਹੀਂ ਹੈਗਾ ਇਹ ਵੀ ਤੁਸੀਂ ਕਹਿ ਲਓਗੇ ਵੀ ਸਰਕਟ ਦਾ ਕਰੰਟ ਘਟ ਜਾਏਗਾ ਜਾਂ ਵੱਧ ਜਾਏਗਾ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਇਨ ਐਨ ਇੰਡਕਸ਼ਨ ਮੋਟਰ ਇਫ ਦਾ ਫਲਕਸ ਡੈਂਸਿਟੀ ਇਜ਼ ਰਿਡਿਊਸ ਟੂ 1/2, ਜੇ ਕਹਿੰਦਾ ਫਲਕਸ ਡੈਂਸਿਟੀ ਨੂੰ ਆਪਾਂ ਅੱਧਾ ਕਰ ਦਈਏ ਤਾਂ ਟਾਰਕ ਕੀ ਹੋਏਗੀ। ਦੇਖੋ ਜੀ ਜਿਹੜੀ ਟਾਰਕ ਹੁੰਦੀ ਹੈ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫਲਕਸ ਹੁੰਦੀ ਹੈ। ਜੇ ਕਿਤੇ ਫਲਕਸ ਹੋਊਗੀ ਤਾਂ ਹੀ ਉੱਥੇ ਟਾਰਕ ਹੋਊਗੀ, ਜੇ ਚੁੰਬਕ ਹੋਏਗੀ। ਜੇ ਆਪਾਂ ਇਹਨੂੰ ਹਾਫ ਕਰਾਂਗੇ ਤਾਂ ਇਹਦੇ ਹਾਫ ਹੋਣ ਦੇ ਨਾਲ ਜਿਹੜੀ ਸਾਡੀ EMF ਇੰਡਿਊਸ ਹੋ ਰਹੀ ਹੈ ਟਾਰਕ ਦੇ ਵਿੱਚ ਹੈ ਨਾ, ਤਾਂ ਉਹ ਵੀ ਅੱਧੀ ਹੋ ਜਾਏਗੀ। ਤਾਂ ਉਹਦੇ ਨਾਲ ਜਿਹੜੇ ਸਾਡੇ ਕਰੰਟ ਆ ਉਹ ਵੀ ਘਟ ਜਾਣਗੇ ਅਤੇ ਸਾਡੀ ਟਾਰਕ ਵੀ ਘਟ ਜਾਏਗੀ। ਯਾਦ ਰੱਖਣਾ ਗਾ ਜੇ ਅਸੀਂ ਫਲਕਸ ਨੂੰ ਅੱਧੀ ਕਰ ਰਹੇ ਹਾਂ, ਫਲਕਸ ਡੈਂਸਿਟੀ ਨੂੰ ਅੱਧੀ ਕਰ ਰਹੇ ਹਾਂਗੇ, ਸਾਡੀ ਟਾਰਕ ਉਹ ਵੀ ਰਿਡਿਊਸ ਟੂ ਹਾਫ ਹੋ ਜਾਂਦੀ ਹੁੰਦੀ ਹੈ। ਯਾਦ ਰੱਖਣੀ ਹੈ ਗੱਲ। ਇਹਦੇ ਵਾਸਤੇ ਕੋਈ ਪੈਟ ਫਾਰਮੂਲਾ ਕੋਈ ਨਹੀਂ ਹੈਗਾ ਇੰਡਕਸ਼ਨ ਮੋਟਰ ਦੇ ਵਿੱਚ, ਜੇ ਹੈਗਾ ਤਾਂ ਦੱਸਿਓ। ਬਿਲਕੁਲ ਕਿਸੇ ਬੁੱਕ ਦੇ ਵਿੱਚ ਕੋਈ ਫਾਰਮੂਲਾ ਫਲਕਸ ਨਾਲ ਰਿਲੇਟਡ ਕੋਈ ਫਾਰਮੂਲਾ ਨਹੀਂ ਹੈਗਾ। ਇਹ ਸਿੱਧਾ ਹੀ ਯਾਦ ਰੱਖਣਾ ਵੀ ਫਲਕਸ ਅੱਧੀ ਹੋਊਗੀ ਤਾਂ ਸਾਡੀ ਜਿਹੜੀ ਟਾਰਕ ਆ ਉਹ ਵੀ ਅੱਧੀ ਹੋਏਗੀ। ਸਪਲਾਈ ਵੋਲਟੇਜ ਨਾਲ ਹੈਗਾ, ਜਿਵੇਂ ਇਹਨੇ ਕਿਹਾ ਨਾ ਨੈਕਸਟ ਕੁਐਸਚਨ ਦੇਖੋ, ਦਾ ਸਪਲਾਈ ਵੋਲਟੇਜ ਆਫ ਇੰਡਕਸ਼ਨ ਮੋਟਰ ਇਜ਼ ਰਿਡਿਊਸਡ ਬਾਈ ਹਾਫ। ਕੀ ਹੁੰਦਾ ਜੀ ਟਾਰਕ ਦਾ ਅਤੇ ਸਪਲਾਈ ਵੋਲਟੇਜ ਦਾ V² ਦਾ ਰਿਲੇਸ਼ਨ ਹੁੰਦਾ ਹੈਗਾ। ਜਦੋਂ ਕਹਿੰਦਾ ਕਦੇ ਵੀ 10% ਅਸੀਂ ਵੋਲਟੇਜ ਨੂੰ ਘਟਾਵਾਂਗੇ ਤਾਂ ਸਾਡੇ ਕੋਲ ਵੱਟ ਵਿਲ ਵੀ ਦਾ ਚੇਂਜ ਇਨ ਮੈਕਸਿਮਮ ਟਾਰਕ। ਤਾਂ ਬੱਚੇ ਯਾਦ ਰੱਖਣਾ ਗਾ ਟਾਰਕ ਹੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ V², ਤਾਂ ਆਪਣੇ ਕੋਲ ਇਹਦੀ ਕੋਈ ਨਾ ਕੋਈ ਵੈਲਿਊ ਮੰਨਣੀ ਪੈਂਦੀ ਹੁੰਦੀ ਹੈ। 10% ਘਟਾਉਣ ਦਾ ਬਾਅਦ ਦੀ ਗੱਲ ਆ, ਪਹਿਲਾਂ ਕਿੰਨੀ ਸੀਗੀ ਉਹ ਤਾਂ ਸਾਨੂੰ ਮੰਨਣਾ ਪਏਗਾ ਨਾ। ਤਾਂ ਮੰਨ ਲੈਂਦੇ ਹਾਂ ਕਿ 10 100 ਹੁੰਦਾ ਗਾ, ਇਹਦਾ ਮਤਲਬ 100 ਨਿਊਟਨ ਮੀਟਰ ਟਾਰਕ ਸੀਗੀ ਅਤੇ ਵੋਲਟੇਜ ਅਸੀਂ ਮੰਨੀ ਸੀਗੀ 10 ਵੋਲਟ। ਹੁਣ 10% ਵੋਲਟੇਜ ਨੂੰ ਘਟਾਉਣੇ ਦਾ ਮਤਲਬ ਵੋਲਟੇਜ 10% ਘਟਾਉਣੀ ਹੈ, ਮਤਲਬ ਵੋਲਟੇਜ ਕਿੰਨੀ ਹੈਗੀ ਹੁਣ 9 ਰਹਿ ਗਈ। ਹੁਣ 9 ਦਾ ਸਕੇਅਰ ਕਰਾਂਗੇ ਸਾਡਾ ਕਿੰਨਾ ਆ ਜਾਊਗਾ 81 ਆ ਜਾਊਗਾ। ਇਹਦਾ ਮਤਲਬ 81 ਨਿਊਟਨ ਮੀਟਰ ਹੈਗੀ। ਇਹਦਾ ਮਤਲਬ ਕਿੰਨਾ ਰਿਡਿਊਸ ਕਿੰਨਾ ਹੋ ਕੇ ਵੱਟ ਵਿਲ ਵੀ ਦਾ ਮੈਕਸਿਮਮ ਟਾਰਕ ਡਿਕਰੀਜ਼ ਕਿੰਨੀ ਘਟੀ ਹੈਗੀ, ਉਹ 20% ਘਟੀ ਹੈ। ਵੈਸੇ ਤਾਂ 19 ਘਟੀ ਹੈਗੀ, 20 ਆਂਸਰ ਆਊਗਾ, 20 ਦੇ ਨੇੜੇ ਹੀ ਆ, 19 ਦੇ ਨੇੜੇ 20 ਹੋਵੇਗਾ। ਠੀਕ ਹੈ ਜੀ। ਅਗਲਾ ਦ ਰੋਟਰ ਸਰਕਟ ਰੈਜ਼ਿਸਟੈਂਸ ਇਜ਼ ਇੰਕਰੀਜ਼ ਇਨ ਇੰਡਕਸ਼ਨ ਮੋਟਰ ਦਾ ਮੈਕਸਿਮਮ ਟਾਰਕ ਵਿਲ ਅਕਰ ਐਟ। ਬੜਾ ਇੰਪੋਰਟੈਂਟ ਕੁਐਸਚਨ ਹੈ ਜੀ, ਬਹੁਤ ਵਧੀਆ ਕੁਐਸਚਨ ਹੈਗਾ ਇਹ। ਜਿਹੜੀ ਸਾਡੀ ਮੈਕਸਿਮਮ ਟਾਰਕ ਹੁੰਦੀ ਆ ਉਹ ਕਿਹੜੀ ਸਲਿੱਪ ਦੇ ਉੱਪਰ ਹੁੰਦੀ ਹੈ, ਕਿਤੇ ਡਿਪੈਂਡ ਕਰਦਾ। ਇਹਦੇ ਵਾਸਤੇ ਇੱਕ ਫਾਰਮੂਲਾ ਹੈਗਾ ਕਿ ਜਿਹੜਾ S ਦਾ ਫਾਰਮੂਲਾ ਕਿਹੜੀ ਸਲਿੱਪ ਦੇ ਉੱਪਰ ਮੈਕਸਿਮਮ ਟਾਰਕ ਪੈਦਾ ਹੋਵੇਗੀ, ਉਹ ਹੁੰਦਾ R2/X2 ਦੀ ਰੇਸ਼ੋ। ਹੁਣ ਜੇ ਅਸੀਂ ਰੋਟਰ ਦੀ ਰੈਜ਼ਿਸਟੈਂਸ ਨੂੰ ਵਧਾਇਆ ਹੈਗਾ ਤਾਂ ਰੋਟਰ ਦੀ ਰੈਜ਼ਿਸਟੈਂਸ ਦੇ ਵਧਾਉਣ ਦੇ ਨਾਲ ਸਾਡੇ ਕੋਲ S ਦੀ ਵੈਲਿਊ ਕੀ ਹੋਏਗੀ, ਉਹ ਵਧੇਗੀ। ਇਹ ਵੱਧ ਤੋਂ ਵੱਧ ਕਿੰਨੀ ਹੁੰਦੀ ਹੈ, ਇਹ 1 ਹੁੰਦੀ ਹੈ। ਇਹਦਾ ਮਤਲਬ ਕਿੱਧਰਲੇ ਪਾਸੇ ਨੂੰ ਜਾ ਰਹੇ ਹਾਂ ਆਪਾਂ, ਜਦੋਂ ਰੋਟਰ ਦੀ ਸਰਕਟ ਦੀ ਰੈਜ਼ਿਸਟੈਂਸ ਵਧਾ ਰਹੇ ਹਾਂਗੇ ਤਾਂ 1 ਵੱਲ ਸਲਿੱਪ, ਕਿੱਧਰ ਵੱਲ ਸਲਿੱਪ ਸਾਡੀ ਕੀ ਹੋਈ ਆ, ਹਾਈ ਹੋ ਰਹੀ ਆ। ਇਹਦਾ ਮਤਲਬ ਕਿਹੜੀ ਸਪੀਡ ਦੇ ਉੱਪਰ ਮੈਕਸਿਮਮ ਟਾਰਕ ਹੋਏਗੀ, ਹਾਈ ਸਲਿੱਪ ਦੇ ਉੱਪਰ। ਹਾਈ ਸਲਿੱਪ ਮਤਲਬ ਨੀਅਰ ਟੂ 0। ਠੀਕ ਹੈ ਜੀ, ਨੀਅਰ ਟੂ 0। ਜਿੰਨੀ ਸਲਿੱਪ ਜ਼ਿਆਦਾ ਹੁੰਦੀ ਹੈ ਰਾਜੇ, ਸਲਿੱਪ ਜ਼ਿਆਦਾ ਦਾ ਕੀ ਮਤਲਬ ਆ, NS ਅਤੇ NR ਦੇ ਵਿਚਕਾਰ ਫਰਕ। ਇਹਦਾ ਮਤਲਬ ਸਿੰਕਰੋਨਸ ਸਪੀਡ ਤੋਂ ਬਹੁਤ ਘੱਟ ਸਪੀਡ ਦੇ ਉੱਪਰ, ਲੋਅਰ ਸਪੀਡ ਦੇ ਉੱਪਰ ਮੈਕਸਿਮਮ ਟਾਰਕ ਪੈਦਾ ਹੋਏਗੀ। ਚਾਹੇ ਜੇ ਤੁਸੀਂ ਗ੍ਰਾਫ ਕੀਤਾ ਹੋਇਆ ਹੈਗਾ ਤਾਂ ਗ੍ਰਾਫ ਜਿਹੜਾ ਹੁੰਦਾ ਉਹ ਇੱਦਾਂ ਹੁੰਦਾ। ਮੰਨ ਲਓ ਇੱਕ ਆਹ ਗ੍ਰਾਫ ਹੈਗਾ, ਜੇ ਆਪਾਂ ਇਸੇ ਮੋਟਰ ਦਾ, ਮੰਨ ਲਓ ਇਹ ਸਲਿੱਪ ਰਿੰਗ ਇੰਡਕਸ਼ਨ ਮੋਟਰ ਆ, ਇਸੇ ਮੋਟਰ ਦਾ ਅਸੀਂ ਰੈਜ਼ਿਸਟੈਂਸ ਇੰਕਰੀਜ਼ ਕਰ ਦਈਏ ਤਾਂ ਉਹਦਾ ਗ੍ਰਾਫ ਇੱਦਾਂ ਬਣਦਾ ਹੁੰਦਾ। ਇੱਧਰ ਸਲਿੱਪ ਹੁੰਦੀ ਹੈਗੀ 0, ਇੱਧਰ ਸਲਿੱਪ ਹੁੰਦੀ ਹੈਗੀ 1। ਤਾਂ ਪਹਿਲਾਂ ਸਾਡੇ ਕੋਲ ਜਦੋਂ ਰੋਟਰ ਰੈਜ਼ਿਸਟੈਂਸ ਘੱਟ ਸੀਗੀ ਉਦੋਂ ਤਾਂ ਇਸ ਸਲਿੱਪ ਦੇ ਉੱਪਰ ਮੈਕਸਿਮਮ ਟਾਰਕ ਸੀਗੀ, ਹੁਣ ਇਸ ਦੇ ਉੱਪਰ ਹੋਏਗੀ। ਜੇ ਆਪਾਂ ਹੋਰ ਵਧਾ ਦਾਂਗੇ ਰੋਟਰ ਰੈਜ਼ਿਸਟੈਂਸ ਤਾਂ ਆਪਾਂ 1 ਦੇ ਉੱਪਰ ਵੀ ਲੈ ਸਕਦੇ, ਜਿਹੜਾ ਕਿ ਆਪਾਂ ਹਮੇਸ਼ਾ ਕਰਦੇ ਹਾਂ ਸਲਿੱਪ ਰਿੰਗ ਇੰਡਕਸ਼ਨ ਮੋਟਰ ਦੇ ਵਿੱਚ। ਤਾਂ ਰੋਟਰ ਰੈਜ਼ਿਸਟੈਂਸ ਜਿੰਨੀ ਵਧੀ ਜਾਂਦੀ ਹੁੰਦੀ ਆ ਉਹਨਾਂ ਨੀਅਰ ਟੂ ਸਟੈਂਡ ਸਟਿਲ
ਸਾਡੀ ਮੈਕਸਿਮਮ ਟਾਰਕ ਪੈਦਾ ਹੁੰਦੀ ਹੈ ਲੋਅਰ ਸਪੀਡ ਦੇ ਉੱਪਰ ਹੁੰਦੀ ਹੈ। ਕਲੀਅਰ ਹੋ ਗਈ ਜੀ ਗੱਲ ਇਹ। ਚਲੋ ਅੱਗੇ ਵਧਦੇ ਆਂਗੇ। ਇਫ ਦਾ ਲੋਡ ਔਨ ਏ ਇੰਡਕਸ਼ਨ ਮੋਟਰ ਇਜ਼ ਇੰਕਰੀਜ਼ ਫਰੋਮ ਨੋ ਲੋਡ ਟੂ ਫੁੱਲ ਲੋਡ ਸਲਿੱਪ ਐਂਡ ਪਾਵਰ ਫੈਕਟਰ। ਪੱਕੀ ਗੱਲ ਹੈ ਜੀ, ਨੋ ਲੋਡ ਤੋਂ ਫੁੱਲ ਲੋਡ ਵੱਲ ਜਾਵਾਂਗੇ ਹਮੇਸ਼ਾ ਕੀ ਹੁੰਦੇ, ਚੱਕਰ ਟੁੱਟਦੇ ਹੁੰਦੇ ਆ, ਤਾਂ ਸਲਿੱਪ ਕੀ ਹੋਊਗੀ, ਵਧੂਗੀ। ਪੱਕੀ ਗੱਲ ਆ, ਵਧੂਗੀ। ਸਲਿੱਪ ਆ ਜਿਹੜੀ ਸਾਡੀ, ਸਲਿੱਪ ਕੀ ਹੋਊਗੀ, ਵਧੂਗੀ। ਦੂਜੀ ਗੱਲ ਹੈਗੀ ਆ ਪਾਵਰ ਫੈਕਟਰ ਦੀ। ਪਾਵਰ ਫੈਕਟਰ ਕੀ ਹੋਊਗਾ, ਹੁਣ ਪਾਵਰ ਫੈਕਟਰ ਇਹਨੇ ਕਿਹਾ ਰਾਜੇ ਰੋਟਰ ਨਹੀਂ ਕਿਹਾ, ਨਾ ਇਹਨੇ ਸਟੇਟਰ ਕਿਹਾ ਰਿਹਾ, ਮਤਲਬ ਪਾਵਰ ਫੈਕਟਰ ਕਾਹਦਾ ਹੈਗਾ, ਇਹ ਸਟੇਟਰ ਦੇ ਪਾਵਰ ਫੈਕਟਰ ਦੀ ਗੱਲ ਕਰ ਰਿਹਾ। ਤਾਂ ਜਿਉਂ-ਜਿਉਂ ਸਾਡਾ ਪਾਵਰ ਫੈਕਟਰ, ਜਿਉਂ-ਜਿਉਂ ਸਾਡਾ ਲੋਡ ਆ ਜਿਹੜਾ ਉਹ ਵਧੂਗਾ, ਤਾਂ ਲੋਡ ਦੇ ਵਧਣ ਨਾਲ ਜਿਹੜਾ ਪਾਵਰ ਫੈਕਟਰ ਹੈਗਾ ਉਹ ਵੀ ਸਾਡਾ ਇੰਕਰੀਜ਼ ਹੋਊਗਾ, ਦੋਨੇ ਇੰਕਰੀਜ਼ ਹੋਣਗੇ ਰਾਜੇ। ਆਹ ਡੀ ਆਂਸਰ ਆਊਗਾ। ਹੁਣ ਇਹ ਕਿਉਂ ਵਧੂਗਾ, ਇਹਦੇ ਵਾਸਤੇ ਤੁਹਾਨੂੰ ਫੇਜ਼ਰ ਡਾਇਗਰਾਮ ਕਰਨੀ ਪਊਗੀ ਵੀ ਜਿਹੜਾ ਸਾਡਾ ਐਕਟਿਵ ਕੰਪੋਨੈਂਟ ਆ, ਜਿਉਂ-ਜਿਉਂ I2 ਵੱਧਦਾ ਹੈਗਾ ਉਹਦੇ ਨਾਲ ਐਕਟਿਵ ਕੰਪੋਨੈਂਟ ਵੱਧ ਜਾਂਦਾ ਹੁੰਦਾ। ਪਹਿਲਾਂ ਸਾਡੇ ਕੋਲੇ ਨੋ ਲੋਡ ਕਰੰਟ ਸਾਡਾ ਜਿਹੜਾ ਹੁੰਦਾ ਹੈਗਾ ਉਹ ਇੱਥੇ ਕੁ ਹੁੰਦਾ, ਜਦੋਂ ਐਕਟਿਵ ਕੰਪੋਨੈਂਟ ਵੱਧਦਾ ਹੈਗਾ ਤਾਂ ਨੋ ਲੋਡ ਕਰੰਟ ਤੇ ਇਹਦਾ ਜਿਹੜਾ ਰਿਜ਼ਲਟੈਂਟ ਨਿਕਲਦਾ ਹੁੰਦਾ ਹੈਗਾ ਇੱਦਾਂ ਕਰਕੇ ਰਿਜ਼ਲਟੈਂਟ ਨਿਕਲਦਾ ਹੁੰਦਾ, ਉਹਦੇ ਨਾਲ ਸਾਡਾ ਪਾਵਰ ਫੈਕਟਰ ਇੰਪਰੂਵ ਹੋ, ਪਹਿਲਾਂ ਇੰਨਾ ਐਂਗਲ ਹੁੰਦਾ, ਬਾਅਦ 'ਚੋਂ ਇੰਨਾ ਕੁ ਹੋ ਜਾਂਦਾ। ਇਹਦੇ ਵਾਸਤੇ ਤੁਹਾਨੂੰ ਡਿਟੇਲ ਵੀਡੀਓ ਦੇਖਣੀ ਪਊਗੀ, YouTube ਦੇ ਉੱਪਰ ਆਲਰੇਡੀ ਪਈ ਹੈਗੀ ਰਾਜੇ, 20 ਮਿੰਟ ਦਾ ਟੌਪਿਕ ਹੈ ਇਹ। ਬਸ ਇਹ ਹੈ ਵੀ ਪਾਵਰ ਫੈਕਟਰ ਇੰਪਰੂਵ ਹੁੰਦਾ ਕਿਉਂ ਹੁੰਦਾ, ਉਹ ਤੁਹਾਨੂੰ ਦੱਸਤਾ ਵੀ ਐਕਟਿਵ ਕੰਪੋਨੈਂਟ ਇੰਪਰੂਵ ਹੋ ਜਾਂਦਾ। ਨੈਕਸਟ ਚਲੋ 3 ਫੇਜ਼ ਇੰਡਕਸ਼ਨ ਮੋਟਰ ਵੈਨ ਦਾ ਲੋਡ ਇਜ਼ ਇੰਕਰੀਜ਼ ਫਰੋਮ ਲਾਈਟ ਲੋਡ ਟੂ, ਕਹਿੰਦਾ ਘੱਟ ਤੋਂ ਜਦੋਂ ਲੋਡ ਵਧੂਗਾ। ਦੇਖੋ ਇਹ ਕੁਐਸਚਨ ਤਾਂ ਤੁਹਾਡਾ, ਪਹਿਲੀ ਗੱਲ ਤਾਂ ਸਟੇਟਰ ਪਾਵਰ ਫੈਕਟਰ ਕੀ ਹੁੰਦਾ ਹੁਣੇ ਦੇਖ ਲਿਆ ਆਪਾਂ, ਲੋਡ ਵਧਣ ਨਾਲ ਸਟੇਟਰ ਪਾਵਰ ਫੈਕਟਰ ਇੰਕਰੀਜ਼ ਹੁੰਦਾ। ਇੱਕ ਤਾਂ ਇੱਥੇ ਲਿਖਿਆ ਹੋਇਆ ਹੈਗਾ, ਇੱਕ ਇੱਥੇ ਲਿਖਿਆ ਹੋਇਆ ਹੈਗਾ ਵੀ ਦੋਨੇ ਇੰਕਰੀਜ਼ ਹੁੰਦੇ ਆ। ਹੁਣ ਰੋਟਰ ਦੇ ਪਾਵਰ ਫੈਕਟਰ ਦੀ ਗੱਲ ਕਰਦੇ ਆ। ਰੋਟਰ ਦਾ ਪਾਵਰ ਫੈਕਟਰ ਹੁੰਦਾ cos φ2 ਹੁੰਦਾ ਜੀ, ਰੋਟਰ ਦੀ ਰੈਜ਼ਿਸਟੈਂਸ ਡਿਵਾਈਡ ਬਾਈ ਰੋਟਰ ਦੀ ਇੰਪੀਡੈਂਸ S/E2। ਹੁਣ ਦੇਖੋ ਜਿਹੜੀ ਫ੍ਰੀਕੁਐਂਸੀ ਦੇ, ਜਦੋਂ ਕਦੇ ਵੀ ਰੋਟਰ ਦੇ ਵਿੱਚ ਲੋਡ ਸਾਡਾ ਵਧੇਗਾ, ਲੋਡ ਦੇ ਵਧਣ ਦੇ ਨਾਲ ਕੀ ਹੋਏਗਾ, ਫ੍ਰੀਕੁਐਂਸੀ ਸਾਡੀ ਕੀ ਹੋਏਗੀ, ਵਧੇਗੀ। ਲੋਡ ਦੇ ਵਧਣ ਨਾਲ ਰੋਟਰ ਦੀ ਫ੍ਰੀਕੁਐਂਸੀ ਕੀ ਹੋਏਗੀ, FR ਵਧੇਗੀ। ਜੇ FR ਵੱਧ ਗਈ, FR ਇਹਦਾ ਮਤਲਬ R2 ਦਾ ਤਾਂ ਕੋਈ ਫਰਕ ਨਹੀਂ ਪਿਆ, ਬਟ ਜਿਹੜੀ ਆ ਸਲਿੱਪ ਪਈ ਹੈਗੀ ਆਹ S ਜਦੋਂ ਵਧੂਗੀ ਤਾਂ ਸਾਡਾ ਜਿਹੜਾ ਡਿਨੋਮੀਨੇਟਰ ਆ ਉਹ ਕੀ ਹੋਊਗਾ, ਜੋ ਸਲਿੱਪ ਵਧੂਗੀ। ਲੋਡ ਦੇ ਵਧਣ ਨਾਲ ਸਾਡੀ ਕੀ ਹੋਊਗੀ, ਸਲਿੱਪ ਵਧੂਗੀ। ਜੇ ਸਲਿੱਪ ਵੱਧ ਗਈ ਤਾਂ ਜਿਹੜਾ ਸਾਡੀ Z ਦੀ ਵੈਲਿਊ, ਡਿਨੋਮੀਨੇਟਰ ਜਿਹੜਾ ਸਾਡਾ ਇਹ ਵੱਧ ਗਿਆ, ਤਾਂ cos φ ਕੀ ਹੋਊਗਾ, ਘਟ ਜਾਊਗਾ। ਤਾਂ ਆਂਸਰ ਆ ਜਾਊਗਾ ਜੀ B, ਸਟੇਟਰ ਦਾ ਪਾਵਰ ਫੈਕਟਰ ਵੱਧਦਾ ਹੈਗਾ, ਰੋਟਰ ਦਾ ਪਾਵਰ ਫੈਕਟਰ ਘਟ ਜਾਂਦਾ ਹੈਗਾ। B ਆਂਸਰ ਆਊਗਾ। ਡਬਲ ਕੇਜ ਦੇ ਵਿੱਚ ਕਹਿੰਦਾ ਕੀ ਹੁੰਦਾ ਹੈਗਾ, ਇਨਰ ਕੇਜ ਆ ਜਿਹੜਾ ਸਾਡਾ, ਇਨਰ ਕੇਜ ਜਿੰਨਾ ਸਾਡਾ ਕੇਜ ਦੇ ਵਿੱਚ ਕਦੇ ਵੀ ਇਨਰ ਡੂੰਘਾ ਹੋਈ ਜਾਊਗਾ ਉਨੀ ਸਾਡੀ ਰਿਐਕਟੈਂਸ ਕੀ ਹੋਈ ਜਾਊਗੀ, ਵੱਧ ਹੋਈ ਜਾਊ, ਤੇ ਰੈਜ਼ਿਸਟੈਂਸ ਉਹਦੀ ਅਸੀਂ ਘੱਟ ਰੱਖਾਂਗੇ। ਇਹ ਮੋਟਰ ਦੇ ਵਿੱਚ ਚੰਗੀ ਤਰ੍ਹਾਂ ਤੁਹਾਨੂੰ ਕਰਵਾਇਆ ਵੀ ਆ, ਜਿੰਨਾ ਡੂੰਘਾ ਹੋਊਗਾ ਰਿਐਕਟੈਂਸ ਸਾਡੀ ਕੀ ਹੋਊਗੀ, ਲੀਕੇਜ ਰਿਐਕਟੈਂਸ ਕੀ ਹੋਊਗੀ, ਹਾਈ ਹੋਊਗੀ, ਤੇ ਰੈਜ਼ਿਸਟੈਂਸ ਕੀ ਹੋਊਗੀ, ਸਾਡੀ ਲੋ ਹੋਊ ਅੰਦਰਲੀ ਵਾਈਂਡਿੰਗ ਦੀ। ਜੇ ਆਊਟਰ ਵਾਈਂਡਿੰਗ ਹੁੰਦੀ ਸਾਡੀ, ਉਹਦੀ ਰੈਜ਼ਿਸਟੈਂਸ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਤੇ ਰਿਐਕਟੈਂਸ ਕੀ ਹੁੰਦੀ ਹੈ, ਘੱਟ ਹੁੰਦੀ ਹੈ, ਪੁੱਠਾ ਹੁੰਦਾ ਇਸ ਤੋਂ। ਤੇ ਡਬਲ ਕੇਜ ਦੇ ਵਿੱਚ ਦੋਨੇ ਜਿਹੜੀਆਂ ਇਹ ਵਾਈਂਡਿੰਗਾਂ ਹੁੰਦੀਆਂ ਕਿਵੇਂ ਲੱਗੀਆਂ ਹੁੰਦੀਆਂ ਨੇਗੀਆਂ, ਪੈਰਲਲ ਦੇ ਵਿੱਚ ਹੁੰਦੀਆਂ ਨੇ, ਸਾਫ਼ ਜੀ ਗੱਲ ਹੈਗੀ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਇਹਨੇ 3 ਫੇਜ਼ 480 60 ਵੋਲਟ ਦੀ ਇੰਡਕਸ਼ਨ ਮੋਟਰ ਹੈਗੀ, 60 ਹਰਟਜ਼ ਦੀ ਇੱਕ ਮੋਟਰ ਨੂੰ ਅਸੀਂ 50 ਹਰਟਜ਼ ਦੇ ਉੱਪਰ ਚਲਾਉਣਾ ਹੈਗਾ, ਸੈਟਿਸਫੈਕਟਰੀ ਸਪਲਾਈ ਵੋਲਟੇਜ ਕਿੰਨੀ ਹੋਊ। ਸੈਟਿਸਫੈਕਟਰੀ ਦਾ ਮਤਲਬ ਕੀ ਹੁੰਦਾ ਰਾਜੇ, ਜਦੋਂ ਦੋ ਫ੍ਰੀਕੁਐਂਸੀਆਂ ਤੇ ਦੋ ਵੋਲਟੇਜ ਦੇਤੀਆਂ, ਯਾਦ ਰੱਖਣਾਗਾ ਹਮੇਸ਼ਾ ਅਸੀਂ ਟਰਾਂਸਫਾਰਮਰ ਦੇ ਕੇਸ ਦੇ ਵਿੱਚ ਵੀ, ਇਹਦੇ ਵਿੱਚ ਵੀ B/F ਦੀ ਜਿਹੜੀ ਰੇਸ਼ੋ ਹੁੰਦੀ ਹੈ ਕੌਨਸਟੈਂਟ ਰੱਖਣੀ ਹੁੰਦੀ ਹੈ, ਕਿਉਂਕਿ B/F ਤੇ ਡਿਪੈਂਡ ਕਰਦਾ ਹੁੰਦਾ ਸਾਡਾ ਕੀ, ਫਲਕਸ ਡੈਂਸਿਟੀ। ਜੇ ਕਿਤੇ ਤੁਸੀਂ ਵੋਲਟੇਜ ਨੂੰ ਇਕੱਲੀ ਨੂੰ ਵਧਾ ਦੋਗੇ, ਫ੍ਰੀਕੁਐਂਸੀ ਕੌਨਸਟੈਂਟ ਰੱਖੋਗੇ, ਤਾਂ ਸਾਡੀ ਫਲਕਸ ਵੱਧ ਜਾਂਦੀ ਹੈ, ਜਿਹਦੇ ਕਰਕੇ ਸਾਡੀ ਕੋਰ ਦੀ ਸੈਚੂਰੇਸ਼ਨ ਹੋਣ ਦਾ ਖਤਰਾ ਜਿਹੜਾ ਹਮੇਸ਼ਾ ਉਹ ਬਣਿਆ ਰਹਿੰਦਾ ਹੈਗਾ। ਤਾਂ ਅਸੀਂ B/F ਦੀ ਜਿਹੜੀ ਰੇਸ਼ੋ ਇਹਨੂੰ ਕੌਨਸਟੈਂਟ ਰੱਖਣਾ ਹੁੰਦਾ ਹੈਗਾ, ਇਹ ਜ਼ਰੂਰੀ ਹੈ। ਤਾਂ ਇਹਦਾ ਮਤਲਬ ਪਹਿਲਾਂ ਸਾਡੇ ਕੋਲ B/F ਦੀ ਰੇਸ਼ੋ ਹੈ ਕਿੰਨੀ ਹੈ, ਪਹਿਲਾਂ ਦੇਖੋ ਇਹਨੂੰ 480/60 ਕਰਕੇ ਦੇਖਿਆ ਸੀ, ਤਾਂ ਕਿੰਨੀ ਆਈ ਹੈ ਸਾਡੀ, 8 ਆਈ ਹੈ ਰੇਸ਼ੋ। ਇਟ ਮੀਨਸ ਹੁਣ ਵੀ ਵੋਲਟੇਜ ਸਾਨੂੰ ਪਤਾ ਨਹੀਂ ਅਸੀਂ ਕਿੰਨੀ ਰੱਖਣੀ ਆ, ਫ੍ਰੀਕੁਐਂਸੀ ਦਾ ਪਤਾ ਨਾ ਕਿੰਨੀ ਰੱਖਣੀ ਆ, ਤੇ ਦੋਨਾਂ ਦੀ ਜਿਹੜੀ ਰੇਸ਼ੋ ਹੋਣੀ ਚਾਹੀਦੀ, ਕਿੰਨੀ ਹੋਣੀ ਚਾਹੀਦੀ, 8। ਤਾਂ ਇਹਨੂੰ ਬੱਚੇ ਇੱਧਰ ਲੈ ਜਾਵਾਂਗੇ ਅਸੀਂ, 50 ਨਾ ਕਰਾਂਗੇ, ਕਿੰਨਾ ਆ ਗਿਆ, 8 5 40, 400 ਵੋਲਟ ਆ ਗਿਆ ਜੀ। ਜੇ ਹੁਣ ਅਸੀਂ ਫ੍ਰੀਕੁਐਂਸੀ ਨੂੰ ਘਟਾਇਆ ਤਾਂ ਸਾਨੂੰ ਵੋਲਟੇਜ ਵੀ ਘਟਾਉਣੀ ਪਊਗੀ, ਤਾਂ ਸਾਡੇ ਕੋਲ B/F ਦੀ ਜਿਹੜੀ ਰੇਸ਼ੋ ਆ ਉਹ ਕੌਨਸਟੈਂਟ ਰਹੂਗੀ। ਨੈਕਸਟ ਕੁਐਸਚਨ ਦੇਖੋ ਜੀ, ਕਹਿੰਦਾ ਸਟਾਰਟਿੰਗ ਟਾਰਕ ਆਫ ਏ ਇੰਡਕਸ਼ਨ ਮੋਟਰ ਵੇਰੀਜ਼ ਐਜ਼। ਸਟਾਰਟਿੰਗ ਟਾਰਕ ਮਤਲਬ ਟਾਰਕ ਦਾ ਫਾਰਮੂਲਾ ਪੁੱਛ ਰਿਹਾ। ਟਾਰਕ ਦਾ ਫਾਰਮੂਲਾ ਹੁੰਦਾ ਕੀ ਹੈ ਰਾਜੇ, S/E2 ਦਾ ਸਕੇਅਰ ਡਿਵਾਈਡ ਬਾਈ R2 ਦਾ ਸਕੇਅਰ ਪਲੱਸ SX2 ਦਾ ਸਕੇਅਰ, ਇਹ ਹੁੰਦਾ ਹੈਗਾ। ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਗੱਲ ਕਰ ਰਿਹਾ ਹੈਗਾ, ਤਾਂ ਸਟਾਰਟਿੰਗ ਵਾਸਤੇ ਸਾਡੇ ਕੋਲ ਆਹ ਜਿਹੜਾ ਸਲਿੱਪ ਆ ਗਈ, ਸਲਿੱਪ ਦੀ ਵੈਲਿਊ ਕੀ ਹੋਏਗੀ ਸਾਡੀ, 1 ਹੋਏਗੀ। ਇਹਨੂੰ ਆਪਾਂ ਇੱਥੋਂ ਰਹਿਣ ਦੀ ਇੱਥੇ 1 ਪੁੱਟ ਕਰ ਲਈਏ, ਇੱਥੇ ਹੀ 1 ਪੁੱਟ ਕਰ ਲਈਏ। ਇਹਨਾਂ ਸਾਰਿਆਂ ਦੇ ਵਿੱਚ ਇੱਕ ਥਾਂ ਦੇ ਉੱਪਰ ਫ੍ਰੀਕੁਐਂਸੀ ਆਉਂਦੀ ਆ, ਪਤਾ ਕਿੱਥੇ, ਇੱਥੇ ਜਿਹੜੀ ਫ੍ਰੀਕੁਐਂਸੀ ਹੁੰਦੀ ਹੈਗੀ ਸਟਾਰਟਿੰਗ ਦੇ ਕੇਸ ਦੇ ਵਿੱਚ
ਜਿਹੜੀ ਫ੍ਰੀਕੁਐਂਸੀ ਸਾਡੀ x2 ਦੀ ਵੈਲਿਊ ਕੀ ਹੁੰਦੀ ਹੈਗੀ 2πfl। ਜੇ ਫ੍ਰੀਕੁਐਂਸੀ ਸਾਡੀ ਵਧੂਗੀ, ਜੇ ਜਿਹੜੀ ਸਪਲਾਈ ਫ੍ਰੀਕੁਐਂਸੀ ਅਸੀਂ ਵੱਧ ਦੇਵਾਂਗੇ, ਉਹਦੇ ਨਾਲ ਰਾਜੇ XL ਜਿਹੜੀ ਹੋਊਗੀ ਸਾਡੀ ਰੋਟਰ ਦੀ ਰਿਐਕਟੈਂਸ ਉਹ ਵਧੂਗੀ। ਕਿੰਨੇ ਟਾਈਮਸ ਵਧੂਗੀ? ਸਕੇਅਰ ਟਾਈਮਸ। ਤਾਂ ਨਾ ਤਾਂ ਫ੍ਰੀਕੁਐਂਸੀ ਇੱਥੇ ਆ ਰਹੀ ਹੈਗੀ, ਨਾ ਫ੍ਰੀਕੁਐਂਸੀ ਇੱਥੇ ਆ ਰਹੀ ਹੈ, ਫ੍ਰੀਕੁਐਂਸੀ ਤਾਂ ਇੱਥੇ ਆ ਰਹੀ ਹੈ। ਤਾਂ 1/f ਦਾ ਸਕੇਅਰ ਆਹ ਆਨਸਰ ਆਏਗਾ ਜੀ ਇਹਦਾ। ਰਿਐਕਟੈਂਸ ਸਾਡੀ ਉਨੀ ਵੱਧ ਹੋਏਗੀ ਜਿੰਨੀ ਸਾਡੀ ਫ੍ਰੀਕੁਐਂਸੀ ਵੱਧ ਹੋਏਗੀ, ਤੇ ਜਿੰਨੀ ਰਿਐਕਟੈਂਸ ਵੱਧ ਹੋਏਗੀ ਉਨੀ ਸਟਾਰਟਿੰਗ ਟਾਰਕ ਸਾਡੀ ਕੀ ਹੋਏਗੀ? ਘੱਟ ਹੋਏਗੀ। ਠੀਕ ਹੈ ਜੀ। ਇੰਡਕਸ਼ਨ ਮੋਟਰ ਕੈਨ ਰਨ ਐਟ ਸਿੰਕਰੋਨਸ ਸਪੀਡ ਇਫ ਇਟ ਇਜ਼ ਆਪਰੇਟਡ। ਬੱਚੇ ਕਦੇ ਵੀ ਇਹ ਹੋ ਹੀ ਨਹੀਂ ਸਕਦਾ ਵੀ ਇੰਡਕਸ਼ਨ ਮੋਟਰ ਜਿਹੜੀ ਸਿੰਕਰੋਨਸ ਸਪੀਡ ਤੇ ਚੱਲੇ। ਸਿਰਫ ਇੱਕ ਮੈਥਡ ਹੈਗਾ, ਪ੍ਰੋਪਰ ਮੈਥਡ ਹੈਗਾ ਆਹ EMF ਇੰਜੈਕਸ਼ਨ ਮੈਥਡ, ਇੱਕ ਵੋਲਟੇਜ ਸਪੀਡ ਕੰਟਰੋਲ ਮੈਥਡ ਹੈਗਾ, ਉਹਦੇ ਵਿੱਚ ਜਾ ਕੇ ਹੋ ਸਕਦੀ ਹੈ, ਅਦਰਵਾਈਜ਼ ਕਦੇ ਨਹੀਂ ਹੁੰਦੀ। ਫੁੱਲ ਲੋਡ ਤੇ ਨਹੀਂ ਹੁੰਦੀ, ਨੋ ਲੋਡ ਤੇ ਨਹੀਂ ਹੁੰਦੀ। ਵੋਲਟੇਜ ਕਿੰਨੀ ਮਰਜ਼ੀ ਵਧਾ ਲਓ, ਸਪੀਡ ਨਹੀਂ ਵੱਧਦੀ। ਸਿਰਫ ਇੱਕ ਇੰਜੈਕਸ਼ਨ ਫੋਰਨ ਇੰਜੈਕਸ਼ਨ ਮੈਥਡ ਹੈਗਾ, ਉਸ ਦੇ ਨਾਲ ਸਾਡੀ ਜਿਹੜੀ ਸਪੀਡ ਹੈਗੀ ਉਹ ਸਿੰਕਰੋਨਸ ਸਪੀਡ ਤੇ ਵੀ ਹੋ ਸਕਦੀ ਆ, ਮੋਰ ਦੈਨ ਸਿੰਕਰੋਨਸ ਸਪੀਡ, ਮੋਰ ਦੈਨ ਸਿੰਕਰੋਨਸ ਸਪੀਡ ਵੀ ਹੋ ਸਕਦੀ ਹੈਗੀ, ਲੈਸ ਦੈਨ ਸਿੰਕਰੋਨਸ ਸਪੀਡ ਵੀ ਹੋ ਸਕਦੀ ਹੈ। ਉਹਦੇ ਵਿੱਚ ਕੀ ਕੀਤਾ ਜਾਂਦਾ ਵੀ ਸਲਿੱਪਰ ਇੰਡਕਸ਼ਨ ਮੋਟਰ ਦੇ ਬਾਹਰਲੇ ਪਾਸੇ ਜਿਹੜੇ ਸਲਿੱਪਰਿੰਗਸ ਹੁੰਦੇ ਨਾ, ਉਹਦੇ ਵਿੱਚੋਂ ਬਾਹਰੋਂ ਵੋਲਟੇਜ ਦਿੱਤੀ ਜਾਂਦੀ ਹੈ। ਜੇ ਤਾਂ ਇਹ ਵੋਲਟੇਜ ਜਿਹੜੀ ਉਹ ਇਨਫੇਸ ਹੋਵੇ ਕਿਹਦੇ, ਜਿਹੜੀ ਸਾਡੇ ਅੰਦਰਲੇ ਪਾਸੇ ਰੋਟਰ ਦੇ ਵਿੱਚ ਵੋਲਟੇਜ ਬਣ ਰਹੀ ਆ, ਜੇ ਦੋਨੇ ਇਨਫੇਸ ਹੋਣ ਤਾਂ ਸਿੰਕਰੋਨਸ ਸਪੀਡ ਤੋਂ ਵੱਧ ਜਾਂਦੀ ਹੁੰਦੀ ਹੈ ਸਪੀਡ, ਜੇ ਦੋਨੇ ਆਊਟ ਆਫ ਫੇਸ ਹੋਣ ਤਾਂ ਸਿੰਕਰੋਨਸ ਸਪੀਡ ਤੋਂ ਘੱਟ ਜਾਂਦੀ ਹੁੰਦੀ ਹੈ ਸਪੀਡ। ਠੀਕ ਹੈ ਜੀ। ਲਾਸਟ ਅਜੇ ਰੈਗੂਲੇਸ਼ਨ ਤਾਂ ਤੁਹਾਨੂੰ ਪਤਾ ਹੀ ਹੈ, ਫੁੱਲ ਲੋਡ ਦੇ ਉੱਪਰ ਲਗਭਗ ਰੈਗੂਲੇਸ਼ਨ ਜਿਹੜੀ ਹੁੰਦੀ ਹੈਗੀ ਸਪੀਡ ਰੈਗੂਲੇਸ਼ਨ ਉਹ 4% ਹੁੰਦੀ ਹੈ, 4% ਸਲਿੱਪ ਹੁੰਦੀ ਹੈ ਨਾ ਸਾਡੀ ਨਾਰਮਲੀ। ਤਾਂ ਇਹ ਸਾਡੇ ਸਾਰੇ ਕੁਐਸਚਨ ਸੀਗੇ ਜੀ। ਕਿਸੇ ਵੀ ਤਰ੍ਹਾਂ ਦੀ ਕੁਐਸਚਨ ਦੇ ਨਾ ਪਤਾ ਲੱਗਿਆ ਹੋਵੇ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਨੈਕਸਟ ਵੀਡੀਓ 'ਚ ਆਪਾਂ ਕਰ ਲਾਂਗੇ ਜੀ।